हाँ जी, सत श्री अकाल साਰਿਆਂ ਨੂੰ। ਅੱਜ ਆਪਣੀ ਤਿਆਰੀ ਦਾ 15ਵਾਂ ਦਿਨ, ਤੀਜਾ ਲੈਕਚਰ ਐਨਸੀਈਆਰਟੀ ਆਰਥਿਕਤਾ ਦਾ। ਪਿਛਲੇ ਲੈਕਚਰ 'ਚ ਆਪਾਂ ਗੱਲ ਕੀਤੀ ਸੀ ਕਿ ਆਪਣੀ ਆਜ਼ਾਦੀ ਤੋਂ ਬਾਅਦ, ਇੰਡੀਪੈਂਡੈਂਸ ਤੋਂ ਬਾਅਦ ਭਾਰਤ ਸਰਕਾਰ ਨੇ ਕੀ ਰੁਖ ਲਿਆ, ਕਿੱਦਾਂ ਆਪਾਂ ਜ਼ਿਆਦਾਤਰ ਚੀਜ਼ਾਂ ਜਿਹੜੀ ਸਰਕਾਰੀ ਕੰਪਨੀ ਆ ਉਹਦੇ ਉੱਤੇ ਛੱਡੀਆਂ, ਸਿਰਫ ਕੁਝ ਚੀਜ਼ਾਂ ਜਿਹੜੀ ਸਿਲੈਕਟਡ ਟਰਾਂਸਫਰ ਲਿਸਟ ਬਣਾਈ ਗਈ ਸੀ ਉਹੀ ਪ੍ਰਾਈਵੇਟ ਸੈਕਟਰ ਉੱਤੇ ਛੱਡੀ ਗਈ ਸੀ। ਪਰ ਉਹਦੇ ਲਈ ਵੀ ਉਹਨਾਂ ਨੂੰ ਲਾਇਸੈਂਸਿਸ ਲੈਣੇ ਜ਼ਰੂਰੀ ਸੀ, ਤਾਂ ਹੀ ਉਹ ਕੰਮ ਕਰ ਸਕਦੇ ਸੀ, ਨਹੀਂ ਤਾਂ ਜ਼ਿਆਦਾਤਰ ਸਾਰੀ ਚੀਜ਼ਾਂ ਹੀ ਤੁਹਾਡੀ ਸਰਕਾਰ ਹੀ ਕੰਮ ਕਰ ਰਹੀ ਸੀ। ਠੀਕ ਹੈ, ਹੁਣ ਆਪਾਂ ਇਸ ਬਾਰੇ ਗੱਲ ਕਰਦੇ ਹਾਂ ਕਿ ਦੇਖੋ, ਜਦ ਤੋਂ ਆਜ਼ਾਦੀ ਤੋਂ ਲੈ ਕੇ 1990 ਤੱਕ ਭਾਰਤ ਦੀ ਸਰਕਾਰ ਦੇ ਅੰਦਰ ਜਾਂ ਆਪਣੀ ਰਾਜ ਸਰਕਾਰਾਂ ਦੇ ਅੰਦਰ ਇਦਾਂ ਦੇ ਕੀ ਫੈਸਲੇ ਲਏ ਗਏ ਕਿ ਆਪਣੀ ਸਰਕਾਰ ਬਹੁਤ ਬੁਰੀ ਤਰੀਕੇ ਨਾਲ ਕ੍ਰਾਈਸਿਸ ਵਿੱਚ ਆ ਕੇ ਫਸ ਗਈ 1990 ਦੇ ਟਾਈਮ ਤੇ। ਦੇਖੋ ਹੋਇਆ ਕੀ ਸੀ, ਹੁਣ ਆਪਣੇ ਲੋਕਤੰਤਰ ਦੀ ਇੱਕ ਬਹੁਤ ਵੱਡਾ ਡਰਾਬੈਕ ਇਹ ਹੈ ਕਿ ਜਦ ਟਾਈਮ ਆਉਂਦਾ ਹੈ ਵੋਟਾਂ ਦਾ, ਇਲੈਕਸ਼ਨਸ ਦਾ, ਤਾਂ ਆਪਣੀ ਸਰਕਾਰ ਕਈ ਇਦਾਂ ਦੇ ਵੀ ਖਰਚੇ ਕਰਨਾ ਪਸੰਦ ਕਰਦੀ ਹੈ ਕਿ ਬਸ ਲੋਕੀ ਉਹਨਾਂ ਨੂੰ ਵੋਟਾਂ ਪਾ ਦੇਣ। ਠੀਕ ਹੈ, ਇਹਦੇ ਨਾਲ ਕੀ ਹੈ, ਜਿਵੇਂ ਗਰੀਬਾਂ ਨੂੰ ਹੋਰ ਬੈਨੀਫਿਟ ਦੇਣ ਦੀ ਇਹ ਚੀਜ਼ਾਂ ਜ਼ਰੂਰੀ ਵੀ ਹੈ ਕਿ ਗਰੀਬਾਂ ਨੂੰ ਬੈਨੀਫਿਟ ਦੇਣਾ ਜਾਂ ਐਜੂਕੇਸ਼ਨ ਫ੍ਰੀ ਵਿੱਚ ਦੇਣਾ ਜਾਂ ਤੁਹਾਡੀ ਜਿਹੜਾ ਪਬਲਿਕ ਹਸਪੀਟਲ ਹੈ, ਜਿੰਨੇ ਵੀ ਆਪਣੇ ਸਰਕਾਰੀ ਹਸਪੀਟਲ ਹੈ ਹੋਰ ਖੁਲਵਾਉਣਾ, ਲੋਕਾਂ ਨੂੰ ਚੰਗੀ ਸਿਹਤ ਫੈਸਿਲਿਟੀਜ਼ ਦੇਣਾ, ਸਾਫ਼ ਪਾਣੀ ਪੀਣ ਨੂੰ ਦੇਣਾ, ਇਹ ਸਭ ਕੁਝ ਜ਼ਰੂਰੀ ਹੈ। ਪਰ ਗੱਲ ਕੀ ਹੈ, ਜਿੰਨਾ ਸਰਕਾਰ ਖਰਚਾ ਸੰਭਾਲ ਸਕਦੀ ਹੈ, ਜੇ ਤਾਂ ਉਨੇ ਲੈਵਲ ਦੇ ਅੰਦਰ ਅੰਦਰ ਹੀ ਕੀਤਾ ਜਾਵੇ ਤਾਂ ਠੀਕ ਹੈ। ਪਰ ਜੇ ਇੱਕ ਹੱਦ ਤੋਂ ਜ਼ਿਆਦਾ ਤੁਸੀਂ ਖਰਚਾ ਕਰੀ ਜਾਂਦੇ ਹੋ, ਜਿੰਨੀ ਤੁਹਾਡੀ ਆਮਦਨ ਨਹੀਂ ਹੈ ਉਦੋਂ ਜ਼ਿਆਦਾ ਤੁਸੀਂ ਖਰਚਾ ਕਰੀ ਜਾਂਦੇ ਹੋ, ਤਾਂ ਤੁਹਾਨੂੰ ਤਾਂ ਹਮੇਸ਼ਾ ਹੀ ਵਿੱਤੀ ਜਿਹੜਾ ਆਪਣਾ ਬਜਟ ਹੈ ਉਹਦੇ ਅੰਦਰ ਘਾਟਾ ਹੋਣਾ ਹੀ ਹੋਣਾ। ਤੇ ਆਪਣਾ ਜਦ ਤੋਂ ਆਪਾਂ ਆਜ਼ਾਦੀ ਆਏ 1947 ਤੋਂ ਲੈ ਕੇ 1990 ਤੱਕ ਆਂਦੇ ਆਂਦੇ ਆਪਣਾ ਇੱਕ ਘਾਟਾ ਵੱਧਦਾ ਹੀ ਗਿਆ। ਠੀਕ ਹੈ, ਹੁਣ ਸਰਕਾਰ ਜਿਹੜਾ ਬਜਟ ਵਿੱਚ ਘਾਟਾ ਆਂਦਾ, ਹੁਣ ਸਰਕਾਰ ਪੂਰਾ ਕਿੱਦਾਂ ਕਰਦੀ ਹੈ ਘਾਟਾ, ਇਹ ਵੀ ਸਮਝਣਾ ਜ਼ਰੂਰੀ ਹੈ। ਦੇਖੋ, ਜਦ ਵੀ ਆਪਾਂ ਨੂੰ ਬਜਟ ਵਿੱਚ ਘਾਟਾ ਆਂਦਾ, ਸਰਕਾਰਾਂ ਕਰਦੀਆਂ ਕੀ ਹੈ, ਸਰਕਾਰਾਂ ਨੂੰ ਕਿਉਂ ਖਰਚਾ ਤਾਂ ਤੁਸੀਂ ਆਲਰੇਡੀ ਕਰ ਚੁੱਕੇ ਹੋ, ਹੁਣ ਤੁਹਾਨੂੰ ਖਰਚੇ ਦੇ ਕਿਤੋਂ ਦੀ ਤਾਂ ਪੈਸੇ ਦੇਣੇ ਪੈਣੇ ਆ ਨਾ, ਤਾਂ ਸਰਕਾਰ ਇਹਦੇ ਬਦਲੇ ਅੱਡ-ਅੱਡ ਜਗ੍ਹਾ ਤੋਂ ਲੋਨ ਚੱਕਦੀ ਆ। ਹੁਣ ਜੇ ਤੁਸੀਂ ਲੋਨ ਚੱਕੋਗੇ, ਲੋਨ ਚੁਕਾਉਣਾ ਵੀ ਪੈਂਦਾ, ਉਹਦਾ ਇੰਟਰਸਟ ਰੇਟ ਵੀ ਲੱਗਦਾ, ਉਹਦਾ ਪ੍ਰਿੰਸੀਪਲ ਅਮਾਉਂਟ ਵੀ ਲੱਗਦਾ, ਯਾਨੀ ਕਿ ਜਿਹੜਾ ਅਮਾਉਂਟ ਲਿੱਤਾ ਲੋਨ ਤੇ ਉਹ ਵੀ ਦੇਣਾ ਪਊਗਾ, ਉਹਦਾ ਵਿਆਜ ਵੀ ਦੇਣਾ ਪਊਗਾ। ਹੁਣ ਕਦੀ ਨਾ ਕਦੀ ਜੇ ਤੁਸੀਂ ਹਰ ਸਾਲ ਹੀ ਲੋਨ ਚੱਕੀ ਜਾ ਰਹੇ ਹੋ ਆਪਣੇ ਘਾਟੇ ਤੇ, ਕਦੀ ਨਾ ਕਦੀ ਤਾਂ ਉਹ ਲੋਨ ਏਡਾ ਵੱਡਾ ਹੋ ਹੀ ਜਾਊਗਾ ਨਾ ਕਿ ਤੁਸੀਂ ਚੁਕਾ ਨਹੀਂ ਪਾਓਗੇ। ਲੈਟਸ ਸਪੋਜ਼ ਤੁਹਾਡੀ ਆਮਦਨ ਕੁਝ ਵੀ ਮੰਨ ਲਓ 100 ਰੁਪਏ ਸੀ, ਤੁਹਾਡਾ ਖਰਚਾ 150 ਰੁਪਏ ਆ। ਠੀਕ ਹੈ, ਤੁਹਾਨੂੰ ਹਰ ਸਾਲ ਜੇ ਤੁਸੀਂ 50 ਰੁਪਏ ਐਕਸਟਰਾ ਖਰਚੀ ਜਾ ਰਹੇ ਹੋ, ਤੁਹਾਨੂੰ 50 ਰੁਪਏ ਦਾ ਹਰ ਸਾਲ ਘਾਟਾ ਪੈ ਰਿਹਾ। ਹੁਣ ਇਹ ਪੈਸਾ, ਹੁਣ ਜਿਹੜਾ ਤੁਸੀਂ ਲੋਨ ਹੈ, ਲੋਨ ਤੁਸੀਂ ਦੋ ਜਗ੍ਹਾ ਤੋਂ ਲੈ ਸਕਦੇ ਹੋ, ਜਾਂ ਤਾਂ ਦੇਸ਼ ਦੇ ਅੰਦਰੋਂ ਲੈ ਸਕਦੇ ਹੋ, ਆਪਣੇ ਲੋਕਾਂ ਤੋਂ ਪੈਸਾ ਲੈ ਸਕਦੇ ਹੋ, ਜਾਂ ਤੁਸੀਂ ਅੰਤਰਰਾਸ਼ਟਰੀ ਜਿੰਨੇ ਸੰਗਠਨ ਹੈ ਜਾਂ ਹੋਰ ਕੋਈ ਦੇਸ਼ ਹੈ ਉਹਨਾਂ ਤੋਂ ਤੁਸੀਂ ਪੈਸਾ ਉਧਾਰ ਲੈ ਸਕਦੇ ਹੋ। ਹੁਣ ਆਪਣੇ ਚਾਹੇ ਤੁਸੀਂ ਲੋਕਾਂ ਨੂੰ, ਜੇ ਤੁਸੀਂ ਆਪਣੇ ਲੋਕਾਂ ਤੋਂ ਪੈਸਾ ਲੈਣੇ ਉਹ ਵੀ ਕਿਸ ਤਰੀਕੇ ਨਾਲ ਚੁਕਾਣਾ ਹੈ। ਜ਼ਿਆਦਾਤਰ ਸਰਕਾਰਾਂ ਅੰਤਰਰਾਸ਼ਟਰੀ ਲੋਨ ਲੈਂਦੀਆਂ, ਤਾਂ ਆਪਾਂ ਜਦੋਂ ਅੰਤਰਰਾਸ਼ਟਰੀ ਤੁਹਾਡੀ ਸੰਸਥਾਵਾਂ ਤੋਂ ਲੋਨ ਲੈਣੇ ਆ ਤਾਂ ਉਹਨਾਂ ਨੂੰ ਜਦੋਂ ਚੁਕਾਉਣਾ ਹੁੰਦਾ, ਉਹ ਚੁਕਾਉਣਾ ਵੀ ਆਪਾਂ ਡਾਲਰ ਵਿੱਚ ਆ। ਠੀਕ ਹੈ, ਕੋਈ ਰੁਪਏ ਵਿੱਚ ਲੋਨ ਥੋੜੀ ਲਊਗਾ। ਦੇਖੋ, ਦੁਨੀਆ ਵਿੱਚ ਰੁਪਏ ਦੀ ਅੱਜ ਵੀ ਇੰਨੀ ਕੀਮਤ ਨਹੀਂ, 1990 ਵਿੱਚ ਤਾਂ ਬਿਲਕੁਲ ਹੀ ਨਹੀਂ ਸੀਗੀ, ਅੱਜ ਵੀ ਇੰਨੀ ਕੀਮਤ ਨਹੀਂ ਹੈ ਕਿ ਕੋਈ ਅੰਤਰਰਾਸ਼ਟਰੀ ਕੋਈ ਵੀ ਸੰਗਠਨ ਥੋੜਾ ਰੁਪਏ ਐਕਸੈਪਟ ਕਰ ਲਓ, ਥੋੜਾ ਰੁਪਏ ਐਕਸੈਪਟ ਕਰ ਲਓ। ਦੁਨੀਆ ਵਿੱਚ ਜਿਹੜੀਆਂ ਸਭ ਤੋਂ ਚੱਲਣ ਵਾਲੀਆਂ ਕਰੰਸੀਆਂ, ਜੀ ਜ਼ਿਆਦਾਤਰ ਦੁਨੀਆ ਦਾ ਟ੍ਰੇਡ ਚੱਲਦਾ ਹੈ, ਉਹੀ ਕਰੰਸੀਜ਼ ਨੂੰ ਦੁਨੀਆ ਭਰ ਦੇ ਸੰਗਠਨ ਤੇ ਦੇਸ਼ ਵੀ ਲੈਂਦੇ। ਜਿਵੇਂ ਭਾਰਤ ਵੀ ਕਿਸੇ ਹੋਰ ਦੀ ਕਰੰਸੀ ਨਹੀਂ ਲਊਗਾ, ਸਿਰਫ ਜਿਹੜੀ ਦੁਨੀਆ ਵਿੱਚ ਸਭ ਤੋਂ ਜ਼ਿਆਦਾ ਕਰੰਸੀਆਂ ਚੱਲਦੀਆਂ ਉਹੀ ਆਪਾਂ ਲੈਣੇ। ਹੁਣ ਕਿਹੜੀਆਂ ਕਰੰਸੀਆਂ ਚੱਲਦੀਆਂ, ਜਿਵੇਂ ਆਪਣਾ ਸੌਰੀ ਅਮਰੀਕਾ ਦਾ ਡਾਲਰ ਚੱਲਦਾ, ਠੀਕ ਹੈ, ਆਪਣਾ ਪੌਂਡ ਸਟਰਲਿੰਗ ਚੱਲਦਾ, ਯੂਰੋ ਚੱਲਦਾ, ਜਾਪਾਨ ਦਾ ਯੈਨ ਚੱਲਦਾ, ਚਾਈਨਾ ਦਾ ਰਿਮੈਨਬੀ ਜਾਂ ਯੂਆਨ ਜਿਹਨੂੰ ਆਪਾਂ ਕਹਿੰਦੇ ਆ ਉਹ ਚੱਲਦਾ। ਤੇ ਇਹ ਸਾਰਾ ਦਾ ਸਾਰਾ ਅੱਡ-ਅੱਡ ਇਹ ਦੁਨੀਆ ਦੀ ਸਭ ਤੋਂ ਚੱਲਣ ਵਾਲੀਆਂ ਕਰੰਸੀਜ਼ ਹੈ, ਤੇ ਇਹਨਾਂ ਵਿੱਚ ਹੀ ਤੁਹਾਡੇ ਹਮੇਸ਼ਾ ਲੋਨ ਦਿੱਤੇ ਜਾਂਦੇ ਆ ਜਾਂ ਲੋਨ ਲਿੱਤੇ ਜਾਂਦੇ ਆ। ਠੀਕ ਹੈ, ਤੇ ਇਹੀ ਕਰੰਸੀਆਂ ਵਿੱਚ ਜਦੋਂ ਆਪਾਂ ਟ੍ਰੇਡ ਵੀ ਕਰਦੇ, ਵਪਾਰ ਵੀ ਕਰਦੇ ਇੰਟਰਨੈਸ਼ਨਲੀ, ਜਿੰਨਾ ਆਪਾਂ ਸਮਾਨ ਬਾਹਰ ਵੀ ਭੇਜ ਰਹੇ, ਐਕਸਪੋਰਟ ਕਰ ਰਹੇ ਹਾਂ, ਜਾਂ ਜਿੰਨਾ ਆਪਾਂ ਸਮਾਨ ਭਾਰਤ ਦੇ ਅੰਦਰ ਮੰਗਾ ਰਹੇ ਹਾਂ, ਠੀਕ ਹੈ,
ਜਿੰਨਾ ਆਪਾਂ ਸਮਾਨ ਐਕਸਪੋਰਟ ਵੀ ਕਰ ਰਹੇ ਹਾਂ ਜਾਂ ਜਿੰਨਾ ਸਮਾਨ ਆਪਾਂ ਇੰਪੋਰਟ ਵੀ ਕਰ ਰਹੇ ਹਾਂ, ਜਿੰਨਾ ਸਮਾਨ ਆਪਾਂ ਬਾਹਰ ਮੰਗਾ ਰਹੇ ਹਾਂ ਜਾਂ ਬਾਹਰ ਭੇਜ ਰਹੇ ਹਾਂ, ਇਹ ਦੋਨੋਂ ਚੀਜ਼ਾਂ ਵੀ ਤੁਹਾਡੀਆਂ ਅਲਟੀਮੇਟਲੀ ਹਮੇਸ਼ਾ ਡਾਲਰ ਵਿੱਚ ਹੀ। ਜਦ ਤੁਸੀਂ ਸਮਾਨ ਬਾਹਰ ਵੇਚਦੇ ਹੋ, ਜਿਵੇਂ ਆਪਣੇ ਭਾਰਤ ਦਾ ਸਮਾਨ ਜੇ ਬਾਹਰ ਵਿਕੂਗਾ, ਆਪਾਂ ਨੂੰ ਪੇਮੈਂਟ ਡਾਲਰ ਵਿੱਚ ਆਉਂਦੀ ਆ। ਜੇ ਆਪਾਂ ਸਮਾਨ ਬਾਹਰੋਂ ਖਰੀਦਾਂਗੇ, ਆਪਾਂ ਨੂੰ ਵੀ ਜੋ ਪੈਸੇ ਚੁਕਾਣੇ ਪੈਣੇ ਆ ਉਹ ਡਾਲਰ ਵਿੱਚ ਹੀ ਚੁਕਾਣੇ ਪੈਣੇ ਆ। ਤੇ ਇਸ ਕਾਰਨ ਅਲਟੀਮੇਟਲੀ ਸੈਟਲਮੈਂਟ ਜਿਹੜੀ ਹੁੰਦੀ ਹੈ ਡਾਲਰ, ਯੂਆਨ, ਯੈਨ, ਪਾਉਂਡ, ਯੂਰੋ, ਇਹ ਸਾਰਿਆਂ ਵਿੱਚ ਹੁੰਦੀ ਆ। ਤਾਂ ਹੁਣ ਗੱਲ ਕੀ ਹੈ ਕਿ ਇਹਦੇ ਲਈ ਨਾ ਜਿਹੜਾ ਤੁਹਾਡਾ ਆਰਬੀਆਈ ਹੈ ਭਾਰਤ ਦਾ, ਆਰਬੀਆਈ ਨੂੰ ਹਮੇਸ਼ਾ ਆਪਣੇ ਕੋਲੇ ਇਹਦੇ ਰਿਜ਼ਰਵ ਰੱਖਣੇ ਪੈਂਦੇ। ਰਿਜ਼ਰਵ ਦਾ ਮਤਲਬ ਹੈ ਕੁਝ ਪੈਸੇ ਫਿਰ ਇਸ ਕਰੰਸੀ ਵਿੱਚ ਅੱਡ ਤੋਂ ਰੱਖਣੇ ਪੈਂਦੇ ਆ। ਤਾਂ ਤੁਸੀਂ ਮੰਨ ਕੇ ਚੱਲੋ, ਲੈਟਸ ਸਪੋਜ਼ ਆਪਣੇ ਕੋਲੇ $1000 ਹੋਊਗਾ, ਸਿਰ ਮੰਨਣ ਲਈ $1000 ਹੈ ਜਿਵੇਂ ਆਪਣੇ ਕੋਲੇ। ਹੁਣ ਇਹ $1000 ਮੈਂ ਜੇ ਹਰ ਸਾਲ ਮੇਰਾ ਇੰਪੋਰਟ, ਯਾਨੀ ਕਿ ਮੈਂ ਬਾਹਰੋਂ ਸਮਾਨ ਜ਼ਿਆਦਾ ਮੰਗਾ ਰਿਹਾ ਤੇ ਮੈਂ ਬਾਹਰ ਸਮਾਨ ਵੇਚ ਘਟ ਰਿਹਾ। ਲੈਟਸ ਸਪੋਜ਼ ਮੈਂ ਬਾਹਰ ਸਮਾਨ $80 ਦਾ ਵੇਚ ਰਿਹਾ ਤੇ ਬਾਹਰੋਂ ਸਮਾਨ ਮੈਂ, ਚਲੋ 100 ਮੰਨ ਲੈਂਦੇ, $100 ਦਾ ਸਮਾਨ ਬਾਹਰੋਂ ਮੰਗਾ ਰਹੇ ਆ, ਯਾਨੀ ਕਿ ਮੈਨੂੰ ਹਰ ਸਾਲ $20 ਦਾ ਘਾਟਾ ਪੈ ਰਿਹਾ ਸਮਾਨ ਬਾਹਰੋਂ ਮੰਗਾਉਣ ਦਾ ਵੀ, ਕਿਉਂਕਿ ਉਹ ਮੈਂ ਬੈਲੈਂਸ ਨਹੀਂ ਕਰ ਪਾ ਰਿਹਾ, ਮੈਂ ਮੰਗਾ ਜ਼ਿਆਦਾ ਰਿਹਾ, ਵੇਚ ਘਟ ਰਿਹਾ। ਆ 20 ਹਰ ਸਾਲ ਜਿਹੜਾ ਐਡ ਹੁੰਦਾ ਜਾ ਰਿਹਾ, ਕਦੀ ਨਾ ਕਦੀ ਤਾਂ ਮੇਰੇ $1000 ਖਤਮ ਹੋਣਗੇ, ਕਿਉਂਕਿ ਹਰ ਸਾਲ $20 ਘਟਦੇ ਜਾ ਰਹੇ ਆ। ਤੇ ਇਹਦੇ ਨਾਲ ਨਾਲ ਜਿਹੜਾ ਮੈਂ ਬਾਹਰੋਂ ਅੰਤਰਰਾਸ਼ਟਰੀ ਜਗ੍ਹਾਵਾਂ ਤੋਂ ਲੋਨ ਲਿਆ ਸੀ, ਇਹ ਲੋਨ ਜੇ ਮੈਂ $50 ਲੋਨ ਤੇ ਲੈ ਰਿਹਾ, ਹਰ ਸਾਲ ਮੇਰਾ $50 ਦਾ ਘਾਟਾ ਹੈ, ਇਹ ਵੀ ਤਾਂ $50 ਹਰ ਸਾਲ ਇਸੇ ਵਿੱਚੋਂ ਹੀ ਚੁਕਾਣੇ ਆ। ਤਾਂ ਕਰਦੇ ਕਰਾਂਦੇ, ਮਤਲਬ ਮੈਂ ਲੋਨ ਤਾਂ ਲੈ ਲਿਆ, ਬਾਅਦ ਚ ਲੋਨ ਚੁਕਾਣਾ ਵੀ ਤਾਂ ਹੈਗਾ, ਤੇ ਇਹਦੇ ਇਲਾਵਾ ਇੰਟਰਸਟ ਰੇਟ ਵੀ ਹੋ ਗਏ, ਲੈਟਸ ਸਪੋਜ਼ 5 ਰੁਪਏ ਆਪਣੇ ਹੋਰ ਵੀ ਆਪਾਂ ਘਾਟੇ ਵਿੱਚ ਇੰਟਰਸਟ ਰੇਟ ਦੇ ਤੌਰ ਤੇ ਚੁਕਾ ਰਹੇ। ਕਰਦੇ ਕਰਾਂਦੇ ਆ $1000 ਕਦੀ ਤਾਂ ਖਤਮ ਹੋਣ ਨੂੰ ਆਣਗੇ। ਤਾਂ ਭਾਰਤ 1990 ਤੱਕ ਆਂਦੇ ਆਂਦੇ ਇਹੀ ਹਾਲਾਤ ਹੋ ਗਏ ਸੀ ਕਿ ਆਪਣਾ ਜਿਹੜਾ ਫੋਰਨ ਐਕਸਚੇਂਜ ਰਿਜ਼ਰਵ ਸੀ, ਜਿਹੜਾ ਆਰਬੀਆਈ ਕੋਲੇ ਫੋਰਨ ਕਰੰਸੀਜ਼ ਦਾ ਰਿਜ਼ਰਵ ਸੀ, ਉਹ ਖਤਮ ਹੋਣ ਨੂੰ ਆ ਗਿਆ ਸੀ। ਠੀਕ ਹੈ, ਇਹਨੂੰ ਆਪਾਂ ਕਹਿੰਦੇ ਆ ਬੈਲੈਂਸ ਆਫ ਪੇਮੈਂਟ। ਕਿੰਨਾ ਪੈਸਾ ਆਪਾਂ ਨੂੰ ਬਾਹਰੋਂ ਆਇਆ ਜੋ ਐਕਸਪੋਰਟ ਦੇ ਬਦਲੇ ਆਣਾ, ਤੇ ਕਿੰਨਾ ਪੈਸਾ ਆਪਾਂ ਕਿਸੇ ਨੂੰ ਦਿੱਤਾ। ਠੀਕ ਹੈ, ਜਾਂ ਤਾਂ ਇਹ ਪੋਜ਼ਿਟਿਵ ਹੋ ਸਕਦਾ, ਪੋਜ਼ਿਟਿਵ ਤਾਂ ਹੋਊਗਾ ਜੇ ਮੈਂ ਐਕਸਪੋਰਟ ਜ਼ਿਆਦਾ ਕਰ ਰਿਹਾ। ਲੈਟਸ ਸਪੋਜ਼ ਮੈਂ $100 ਦਾ ਐਕਸਪੋਰਟ ਕਰਦਾ ਤੇ $80 ਦਾ ਇੰਪੋਰਟ ਕਰਦਾ, ਤਾਂ ਮੈਂ ਹਰ ਵਾਰੀ $20 ਕਮਾ ਰਿਹਾ ਹੁੰਦਾ, ਇਹਨੂੰ ਮੈਂ ਕਹਿੰਦਾ ਮੈਂ ਮੁਨਾਫੇ 'ਚ ਆ। ਪਰ ਜਿਵੇਂ ਹਰ ਸਾਲ ਭਾਰਤ ਵਿੱਚ ਹਰ ਸਾਲ ਹੀ ਘਾਟਾ ਹੀ ਹੁੰਦਾ ਸੀ, ਤਾਂ ਆਪਾਂ ਲਗਾਤਾਰ ਪੈਸੇ ਗਵਾਉਂਦੇ ਜਾ ਰਹੇ ਸੀ। ਠੀਕ ਹੈ, ਤੇ ਦੂਜੇ ਪਾਸੇ ਆਪਣੀ ਸਰਕਾਰਾਂ ਲੋਨ ਤੇ ਜੀ ਰਹੀਆਂ ਸੀ, ਤੇ ਲੋਨ ਦੇ ਕਾਰਨ ਹੋਰ ਜ਼ਿਆਦਾ ਆਪਾਂ ਨੂੰ ਘਾਟਾ ਵੱਧਦਾ ਜਾ ਰਿਹਾ ਸੀ। ਕਿਉਂਕਿ ਦੇਖੋ, ਜੇ ਤੁਸੀਂ ਜਿੰਨੀਆਂ ਵੀ ਆਪਣੇ ਸਮਾਜਿਕ ਪ੍ਰੋਗਰਾਮ ਹੈ, ਗਰੀਬੀ ਹਟਾਉਣ ਦੇ, ਲੋਕਾਂ ਦੇ ਘਰ ਬਣਾਉਣ ਦੇ, ਹੁਣ ਇਹ ਇਕਨੋਮੀ ਵਿੱਚ ਤਾਂ ਕੁਝ ਕੰਟਰੀਬਿਊਟ ਨਹੀਂ ਕਰਦੇ ਨਾ, ਆਪਣੇ ਦੇਸ਼ ਦੇ ਆਬਵੀਅਸਲੀ ਲੋਕਾਂ ਦੀ ਭਲੇ ਦਾ ਕੰਮ ਹੈ ਇਹ, ਪਰ ਦੇਸ਼ ਲਈ ਅੱਗੇ ਹੋਰ ਪੈਸਾ ਥੋੜੀ ਕਮਾ ਕੇ ਦੇ ਰਿਹਾ। ਇਹਦੇ ਇਲਾਵਾ ਸਰਕਾਰ ਦੀਆਂ ਹੋਰ ਬਹੁਤ ਸਾਰੀਆਂ ਇਦਾਂ ਦੀਆਂ ਨੀਤੀਆਂ ਸੀਗੀਆਂ ਜੋ ਭਾਰਤ ਦੀ ਸਾਰੀ ਆਰਥਿਕਤਾ ਨੂੰ ਡੁਬਾ ਰਹੀਆਂ ਸੀ। ਜਿਵੇਂ ਕਿ ਮੈਂ ਤੁਹਾਨੂੰ ਕਹਾਂ ਕਿ ਜਿਵੇਂ ਗੱਲ ਕਰੀਏ, ਸਰਕਾਰੀ ਕੰਪਨੀਆਂ ਦੀ ਗੱਲ ਕਰੀਏ, ਦੇਖੋ ਆਪਾਂ ਆਜ਼ਾਦੀ ਦੇ ਟਾਈਮ ਸਰਕਾਰੀ ਕੰਪਨੀਆਂ ਖੋਲਣੀਆਂ ਤਾਂ ਸ਼ੁਰੂ ਕੀਤੀਆਂ, ਪਰ ਹਰ ਸਾਲ ਮਤਲਬ ਹਰ 5 ਸਾਲ ਬਾਅਦ ਜਦ ਵੀ ਇਲੈਕਸ਼ਨ ਆਉਂਦੇ ਸੀ, ਦੇਖੋ ਕਿਤੇ ਨਾ ਕਿਤੇ ਸਰਕਾਰ ਉੱਤੇ ਪ੍ਰੈਸ਼ਰ ਹੁੰਦਾ ਸੀ ਕਿ ਹੁਣ ਲੋਕਾਂ ਨੂੰ ਸਾਬਿਤ ਤਾਂ ਕਰਨਾ ਕਿ ਕੋਈ ਤਰੱਕੀ ਹੋ ਰਹੀ ਹੈ। ਸਰਕਾਰ ਕੀ ਕਰਦੀ ਸੀ, ਹੋਰ ਨਵੀਂ ਸਰਕਾਰੀ ਕੰਪਨੀਆਂ ਖੋਲ ਦਿੰਦੀ ਸੀ ਇੱਕੋ ਫੀਲਡ ਵਿੱਚ ਹੀ। ਠੀਕ ਹੈ, ਕਿ ਆ ਵੀ ਖੋਲਤੀ, ਆ ਵੀ ਖੋਲਤੀ। ਹੁਣ ਇਦਾਂ ਕਰਦੇ ਕਰਾਂਦੇ ਇੰਨੀ ਸਾਰੀ ਕੰਪਨੀਆਂ ਇੱਕੋ ਕੰਮ ਕਰ ਰਹੀਆਂ, ਲੈਟਸ ਸਪੋਜ਼ ਕਾਟਨ ਦਾ ਕੱਪੜਾ ਬਣਾ ਰਹੀਆਂ ਇਹ। ਹੁਣ ਜੇ ਸਰਕਾਰ ਇੱਕੋ ਕੰਪਨੀ ਵਿੱਚ ਵਾਰ-ਵਾਰ ਪੈਸਾ ਇਨਵੈਸਟ ਕਰਦੇ, ਦੇਖੋ ਸਰਕਾਰ ਕੋਲੇ ਪੈਸਾ ਤਾਂ ਲਿਮਿਟਿਡ ਹੀ ਹੈ ਨਾ, ਸਰਕਾਰ ਗਰੀਬ ਸੀਗਾ ਨਾ ਭਾਰਤ, 1947 ਦਾ ਭਾਰਤ ਤਾਂ ਗਰੀਬ ਹੀ ਸੀ, ਆਪਣੇ ਕੋਲੇ ਪਹਿਲਾਂ ਹੀ ਪੈਸਾ ਲਿਮਿਟਿਡ ਹੈ। ਜੇ ਮੈਂ ਇੱਕੋ ਕੰਪਨੀ 'ਚ ਵਾਰ-ਵਾਰ ਇਨਵੈਸਟ ਕਰਦਾ, ਸ਼ਾਇਦ ਉਹ ਕੰਪਨੀ ਹੋਰ ਵੱਡੀ ਹੁੰਦੀ ਜਾਂਦੀ, ਹੋਰ ਜ਼ਿਆਦਾ ਦੁਨੀਆ ਵਿੱਚ ਆਪਣਾ ਸਮਾਨ ਵੇਚ ਪਾਉਂਦੀ। ਪਰ ਜਸਟ ਲੋਕਾਂ ਨੂੰ ਦਿਖਾਉਣ ਲਈ ਕਿ ਅਸੀਂ ਹੋਰ ਕੰਪਨੀਆਂ ਖੋਲ ਰਹੇ ਹਾਂ, ਹੋਰ ਤਰੱਕੀ, ਹੋਰ ਵਿਕਾਸ ਲਿਆ ਰਹੇ ਹਾਂ, ਆਪਸ 'ਚ ਇਹਨਾਂ 'ਚ ਇੱਕ ਤਾਂ ਕੰਪੀਟੀਸ਼ਨ ਪੈਦਾ ਕਰਤਾ। ਦੂਜੀ ਗੱਲ, ਜਿਹੜਾ ਸਰਕਾਰ ਨੇ ਇਹਨਾਂ ਉੱਤੇ ਪੈਸਾ ਲਗਾਉਣਾ ਸੀ, ਉਸ ਪੈਸਾ ਵੀ ਵੰਡਿਆ ਗਿਆ। ਹੁਣ ਇਹਦੇ ਵਿੱਚੋਂ ਜ਼ਿਆਦਾਤਰ ਕੰਪਨੀਆਂ ਜਿਹੜੀਆਂ ਸੀਗੀਆਂ ਉਹ ਘਾਟੇ ਵਿੱਚ ਚਲੀਆਂ ਗਈਆਂ, ਆਹ ਸਾਰੀਆਂ ਵੀ ਘਾਟੇ ਵਿੱਚ ਹੀ ਰਹੀਆਂ। ਠੀਕ ਹੈ, ਸਾਰੀਆਂ ਹੀ ਘਾਟਾ ਖਾ ਰਹੀਆਂ ਸੀ। ਤਾਂ ਹੁਣ ਜੇ ਦੇਖੋ, ਜੇ ਮੁਨਾਫਾ ਕਮਾਉਂਦੀਆਂ ਕੰਪਨੀਆਂ, ਤਾਂ ਸਰਕਾਰ ਨੂੰ ਮੁਨਾਫੇ ਵਿੱਚੋਂ ਹਿੱਸਾ ਮਿਲਣਾ ਸੀ। ਸਰਕਾਰੀ ਕੰਪਨੀਆਂ, ਜੇ ਕੰਪਨੀ ਮੁਨਾਫਾ ਕਮਾਊਗੀ ਤਾਂ ਸਰਕਾਰ ਨੂੰ ਵੀ ਹਿੱਸਾ ਮਿਲੂਗਾ।
ਪਰ ਜੇ ਘਾਟਾ ਹੋ ਰਿਹਾ, ਘਾਟਾ ਵੀ ਤਾਂ ਸਰਕਾਰ ਵੀ ਤਾਂ ਉਹਨਾਂ ਨੂੰ ਪੂਰਾ ਕਰਨਾ ਪੈਣਾ, ਕਿਉਂਕਿ ਸੈਲਰੀ ਤਾਂ ਦੇਣੀ ਹੀ ਹੈ, ਬਿਜਲੀ ਦਾ ਬਿੱਲ ਤਾਂ ਦੇਣਾ ਹੀ ਹੈ, ਸਭ ਕੁਝ ਦੇਣਾ ਤਾਂ ਹੈਗਾ ਹੀ ਹੈ। ਹੁਣ ਘਾਟਾ ਕਿਤੇ ਨਾ ਕਿਤੇ ਤਾਂ ਚੁਕਾਉਣਾ ਹੀ ਹੈ। ਤਾਂ ਇਸ ਕਾਰਨ ਆ ਜਿੰਨੀਆਂ ਕੰਪਨੀਆਂ ਸੀਗੀਆਂ ਇਹ ਜਦੋਂ ਘਾਟਾ ਖਾਣ ਲੱਗ ਗਈਆਂ, ਇਹ ਸਾਰਿਆਂ ਦਾ ਘਾਟਾ ਵੀ ਅੱਡ ਤੋਂ ਜ਼ਿਆਦਾ ਇੱਥੇ ਹੀ ਵੱਧਦਾ ਗਿਆ। ਠੀਕ ਹੈ, ਤਾਂ ਇਸ ਕਾਰਨ ਇੰਨੀਆਂ ਸਾਰੀਆਂ ਸਰਕਾਰੀ ਕੰਪਨੀਆਂ ਖੋਲਣ ਦਾ ਕੋਈ ਫਾਇਦਾ ਨਹੀਂ ਹੋਇਆ, ਤੇ ਇੱਕ ਜਿਹੜੀ ਚੰਗੀ ਕੰਪਨੀ ਬਣਾ ਸਕਦੀ ਸੀ ਉਹਦਾ ਵੀ ਨੁਕਸਾਨ ਕੀਤਾ ਕਿ ਇੰਨੀਆਂ ਛੋਟੀਆਂ ਛੋਟੀਆਂ ਖੋਲ ਕੇ ਉਹਦੇ ਹਿੱਸੇ ਦਾ ਵੀ ਬਜਟ ਵੰਡ ਕੇ ਰੱਖਤਾ। ਠੀਕ ਹੈ, ਇਹਦੇ ਕਾਰਨ ਲਗਾਤਾਰ ਘਾਟਾ ਖਾਂਦੇ ਖਾਂਦੇ ਆਪਾਂ ਇਸ ਸਿਚੁਏਸ਼ਨ ਤੇ ਆ ਗਏ ਕਿ ਹੁਣ ਆਪਣੇ ਕੋਲੇ ਪੈਸਾ ਨਹੀਂ ਸੀ, ਆਪਾਂ ਇੰਪੋਰਟ ਬਹੁਤ ਜ਼ਿਆਦਾ ਕਰ ਰਹੇ ਸੀ, ਬਾਹਰੋਂ ਸਮਾਨ ਬਹੁਤ ਜ਼ਿਆਦਾ ਮੰਗਵਾ ਰਹੇ ਸੀ, ਤੇ ਦੂਜੀ ਗੱਲ ਜਿਹੜਾ ਆਪਣਾ ਜਿੰਨਾ ਘਾਟਾ ਹੋ ਰਿਹਾ ਸੀ ਉਹਦੇ ਲਈ ਆਪਾਂ ਲੋਨ ਲਈ ਜਾ ਰਹੇ ਸੀ ਬਾਹਰੋਂ, ਤੇ ਲੋਨ ਦੇ ਬਦਲੇ ਤਾਂ ਪੈਸਾ ਚੁਕਾਉਣਾ ਹੀ ਪੈਣਾ। ਠੀਕ ਹੈ, ਤਾਂ ਉਹ ਜਿੰਨਾ ਲੋਨ ਸੀਗਾ ਉਹਦਾ ਅਮਾਉਂਟ, ਉਹਦਾ ਇੰਟਰਸਟ, ਉਹ ਸਭ ਕੁਝ ਚੁਕਾਉਂਦੇ ਚੁਕਾਉਂਦੇ ਆਪਣਾ ਘਾਟਾ ਹੋਰ ਜ਼ਿਆਦਾ ਵੱਧਦਾ ਗਿਆ। ਠੀਕ ਹੈ, ਹੁਣ ਜਦ ਵੀ ਦੇਖੋ ਕਿਸੇ ਵੀ ਆ ਜਿਹੜਾ ਇੰਪੋਰਟ ਐਕਸਪੋਰਟ ਦਾ ਇੰਬੈਲੈਂਸ ਹੁੰਦਾ, ਜੇ ਨੈਗੇਟਿਵ ਹੁੰਦਾ, ਇਹਨੂੰ ਹੀ ਆਪਾਂ ਕਹਿੰਦੇ ਆ ਬੈਲੈਂਸ ਆਫ ਪੇਮੈਂਟ ਆਪਣੀ ਖਰਾਬ ਹੋਈ ਹੋਈ ਹੈ। ਕਿਉਂਕਿ ਬੈਲੈਂਸ ਆਫ ਪੇਮੈਂਟ ਕੀ ਹੁੰਦਾ, ਜਾਂ ਤਾਂ ਸਾਲ ਦੇ ਐਂਡ ਤੇ ਕਿਸੇ ਦੇਸ਼, ਜੇ ਤੁਸੀਂ ਕਿਸੇ ਹੋਰ ਦੇਸ਼ ਨੂੰ ਸਮਾਨ ਜ਼ਿਆਦਾ ਵੇਚਿਆ ਤਾਂ ਤੁਸੀਂ ਪੈਸਾ ਕਮਾ ਰਹੇ ਹੋਗੇ ਉਸ ਦੇਸ਼ ਤੋਂ, ਤਾਂ ਤੁਹਾਨੂੰ ਉਹ ਪੈਸਾ ਮਿਲਣਾ ਹੋਊਗਾ। ਜੇ ਤੁਸੀਂ ਉਸ ਦੇਸ਼ ਤੋਂ ਜ਼ਿਆਦਾ ਸਮਾਨ ਮੰਗਵਾ ਰਹੇ ਹੋ ਤਾਂ ਤੁਹਾਨੂੰ ਦੇਣਾ ਪੈਣਾ। ਤਾਂ ਕਿਸੇ ਨਾ ਕਿਸੇ ਸਾਈਡ ਤੇ ਦਾ ਬੈਲੈਂਸ ਬਣੂਗਾ ਨਾ, ਕਿਸੇ ਨਾ ਕਿਸੇ ਸਾਈਡ ਤੇ ਦਾ ਖਾਤਾ ਬਣੂਗਾ, ਤਾਂ ਉਹ ਐਂਡ ਵਿੱਚ ਚੁਕਾਉਣਾ ਪੈਣਾ। ਤਾਂ ਜਦੋਂ ਲਗਾਤਾਰ ਘਾਟਾ ਖਾਂਦੇ ਰਹਿੰਦੇ ਆ, ਆਪਣੇ 1990 ਤਾਈਂ ਆਪਾਂ ਇੱਕ ਸ਼ਾਰਟ ਵਿੱਚ ਕਹਿ ਦਿੰਦੇ ਕਿ ਭਾਰਤ ਦੀ BOP ਕ੍ਰਾਈਸਿਸ ਆ ਗਈ ਸੀ। ਠੀਕ ਹੈ, ਆਪਦਾ ਆ ਗਈ ਸੀ BOP ਦੀ, ਕਿਉਂਕਿ ਆਪਣੇ ਹਾਂ ਫੋਰਨ ਐਕਸਚੇਂਜ ਰਿਜ਼ਰਵ ਹੌਲੀ ਹੌਲੀ ਜਿਹੜੇ RBI ਕੋਲੇ ਪਏ ਸੀ ਇਹ ਖਤਮ ਹੁੰਦੇ ਜਾ ਰਹੇ ਸੀ, ਤੇ ਆਪਣੇ ਕੋਲੇ ਪੈਸਾ ਨਹੀਂ ਬਚਿਆ 1990 ਦੇ। ਦੇਖੋ ਇਦਾਂ ਦੀ ਕੋਈ ਵੀ ਦੁਨੀਆ ਵਿੱਚ ਕਿਸੇ ਵੀ ਕੰਟਰੀ ਵਿੱਚ ਇਦਾਂ ਦਾ ਕ੍ਰਾਈਸਿਸ ਆ ਸਕਦਾ। ਇਸ ਟਾਈਮ ਜਿਹੜਾ ਸ਼੍ਰੀਲੰਕਾ ਵਿੱਚ ਆਇਆ ਪਿਆ, ਠੀਕ ਹੈ, ਸ਼੍ਰੀਲੰਕਾ ਜੀ ਤੋਂ ਉੱਭਰ ਰਿਹਾ, ਉਹ ਇਹੀ ਕ੍ਰਾਈਸਿਸ ਹੈ। ਠੀਕ ਹੈ, ਸ਼੍ਰੀਲੰਕਾ ਬਹੁਤ ਸਾਲ ਤੁਹਾਡੇ ਸਿਵਲ ਵਾਰ ਵਿੱਚ ਲੱਗਿਆ ਰਿਹਾ, ਸ਼੍ਰੀਲੰਕਾ ਦੇ ਅੰਦਰ ਹੀ ਯੁੱਧ ਛਿੜਿਆ ਹੋਇਆ ਸੀ। ਉਸ ਤੋਂ ਬਾਅਦ ਸ਼੍ਰੀਲੰਕਾ ਨੇ ਜਿੰਨੇ ਪ੍ਰੋਜੈਕਟਸ ਲਈ ਲੋਨ ਚੱਕਿਆ, ਕਈ ਪ੍ਰੋਜੈਕਟਸ ਲਈ, ਉਹ ਪ੍ਰੋਜੈਕਟ ਸਾਰੇ ਦੇ ਸਾਰੇ ਬੇਕਾਰ ਹੀ ਗਏ। ਠੀਕ ਹੈ, ਉਹਨਾਂ ਨੇ ਕੋਈ ਪੈਸਾ ਕਮਾਉਣਾ ਨਹੀਂ ਸ਼ੁਰੂ ਕੀਤਾ, ਪਰ ਸ਼੍ਰੀਲੰਕਾ ਨੇ ਲੋਨ ਬਹੁਤ ਵੱਡੇ ਵੱਡੇ ਲਏ ਸੀ। ਜਿਵੇਂ ਚਾਈਨਾ ਤੋਂ ਪੋਰਟ ਬਣਵਾ ਲਿਆ, ਖਾਲੀ ਪਿਆ, ਕੋਈ ਸ਼ਿਪ ਨਹੀਂ ਆਉਂਦੀ ਉੱਥੇ। ਉਸ ਤੋਂ ਬਾਅਦ ਇੰਡੀਆ ਤੋਂ 에ਅਰਪੋਰਟ ਬਣਵਾ ਲਿਆ, ਖਾਲੀ ਪਿਆ, ਕੋਈ ਫਲਾਈਟ ਨਹੀਂ ਆਉਂਦੀ ਉੱਥੇ। ਠੀਕ ਹੈ, ਇਦਾਂ ਦੀਆਂ ਹੁਣ ਜਿਹੜੇ ਫਾਲਤੂ ਉਹਨਾਂ ਨੇ ਖਰਚੇ ਕੀਤੇ, ਉਹ ਵੀ ਇਸੇ ਲਈ ਕ੍ਰਾਈਸਿਸ ਵਿੱਚ ਫਸੇ ਪਏ। ਕਿਉਂਕਿ ਹੁਣ ਜੇ ਤੁਸੀਂ ਚੀਨ, ਭਾਰਤ, ਵਰਲਡ ਬੈਂਕ, ਕਿਸੇ ਤੋਂ ਵੀ ਲੋਨ ਲਓਗੇ, ਲੋਨ ਚੁਕਾਉਣਾ ਤਾਂ ਪੈਣਾ ਹੀ ਹੈ। ਤਾਂ ਹੁਣ ਜਦੋਂ ਚੁਕਾਉਣ ਲਈ ਕਦੀ ਨਾ ਕਦੀ ਪੈਸੇ ਤਾਂ ਖਤਮ ਹੋਣਗੇ ਨਾ, ਕਿਉਂਕਿ ਲੋਨ ਲੈ ਲਿਆ, ਚੁਕਾਉਣ ਲਈ ਪੈਸੇ ਹੈ ਨਹੀਂ। ਤਾਂ ਸ਼੍ਰੀਲੰਕਾ ਨਾਲ ਵੀ ਇਹੀ ਹੋਇਆ, ਤੇ 1990 ਵਿੱਚ ਭਾਰਤ ਦੀ ਵੀ ਇਹੀ ਹਾਲਾਤ ਸੀ ਕਿ ਆਪਣੇ ਕੋਲ ਇੱਕ ਟਾਈਮ ਤੇ ਆ ਕੇ, 1991 ਦੀ ਗੱਲ ਹੈ, 1991 ਚ ਆਪਣੇ ਕੋਲ ਇੱਕ ਟਾਈਮ ਤੇ ਆ ਕੇ ਸਿਰਫ 15 ਦਿਨਾਂ ਦੇ ਪੈਸੇ ਬਚੇ ਹੋਏ ਸੀ। ਇਹ 15 ਦਿਨਾਂ ਚ ਭਾਰਤ, ਮਤਲਬ ਇੱਕ ਟਾਈਮ ਤੇ ਸਿਰਫ 15 ਦਿਨ ਦੇ ਪੈਸੇ ਹੁੰਦੇ ਸੀ। ਜੇ 15 ਦਿਨ ਨਹੀਂ ਆਪਾਂ ਆਪਣੇ ਆਪ ਨੂੰ ਬੈਲੈਂਸ ਕਰ ਪਾਏ, ਆਪਾਂ ਬੈਂਕਰਪਟ ਡਿਕਲੇਅਰ ਹੋ ਜਾਂਦੇ, ਬਸ ਕੰਗਾਲ ਹੋ ਜਾਂਦੇ। ਤਾਂ ਬਹੁਤ ਹੀ ਪੁਆਇੰਟ ਤੇ ਉਸ ਟਾਈਮ ਆਪਣੇ ਜੋ ਤੁਹਾਡੇ PV ਨਰਸਿਮਹਾ ਰਾਓ ਸੀ, ਉਹ ਆਪਣੇ ਰਾਸ਼ਟਰਪਤੀ ਸੀਗੇ, ਰਾਸ਼ਟਰਪਤੀ ਪ੍ਰਧਾਨ ਮੰਤਰੀ ਸੀਗੇ PV ਨਰਸਿਮਹਾ ਰਾਓ, ਤੇ ਤੁਹਾਡੇ ਫਾਈਨੈਂਸ ਮਿਨਿਸਟਰ ਬਣਾਏ ਗਏ ਸੀ ਰਾਤੋਂ ਰਾਤ ਡਾਕਟਰ ਮਨਮੋਹਨ ਸਿੰਘ। ਇਹ ਦੋਨਾਂ ਦੀ ਜੋੜੀ ਨੇ ਮਿਲ ਕੇ ਜੋ ਚੀਜ਼ਾਂ 'ਚ ਫੈਸਲੇ ਲਿੱਤੇ ਇਕਨੋਮੀ ਨੂੰ, ਲੋਕਾਂ ਨੂੰ ਬਿਲਕੁਲ ਪਸੰਦ ਨਹੀਂ ਆਏ ਸੀ। ਭਾਰਤ ਦੇ ਸਾਰੀ ਜਗ੍ਹਾ ਪ੍ਰੋਟੈਸਟ ਹੀ ਪ੍ਰੋਟੈਸਟ ਹੋ ਰਹੇ ਸੀ, ਪਰ ਉਹੀ ਚੀਜ਼ਾਂ ਨੇ ਅੱਜ ਭਾਰਤ ਨੂੰ ਬਚਾ ਲਿਆ। ਠੀਕ ਹੈ, ਤੇ ਇਦਾਂ ਨਹੀਂ ਸੀ ਕਿ ਹਰ ਫੈਸਲਾ ਲੈਣਾ ਉਹਨਾਂ ਦੀ ਆਪਣੀ ਮਰਜ਼ੀ। ਦੇਖੋ ਹੁੰਦਾ ਕੀ, ਕੋਈ ਵੀ ਦੇਸ਼ ਇਦਾਂ ਦੀ ਕਿਸੇ ਵੀ ਕ੍ਰਾਈਸਿਸ ਵਿੱਚ ਫਸਦਾ, ਜਿਵੇਂ ਇਸ ਟਾਈਮ ਸ਼੍ਰੀਲੰਕਾ ਫਸਿਆ ਹੋਇਆ ਸੀ, ਸ਼੍ਰੀਲੰਕਾ ਵੀ ਫਿਰ ਉਸ ਤੋਂ ਬਾਅਦ ਅੰਤਰਰਾਸ਼ਟਰੀ ਮੁਦਰਾ ਫੰਡ ਕੋਲੇ ਗਿਆ, ਜਿਹਨਾਂ ਆਪਾਂ ਇੰਗਲਿਸ਼ ਵਿੱਚ ਕਹਿੰਦੇ ਆ ਇੰਟਰਨੈਸ਼ਨਲ ਮੋਨਿਟਰੀ ਫੰਡ, IMF ਸ਼ਾਰਟ ਵਿੱਚ। ਕਈ ਵਾਰੀ ਤੁਸੀਂ ਅਖਬਾਰਾਂ 'ਚ ਡਾਇਰੈਕਟਲੀ ਸੁਣੋਗੇ IMF। ਇਹ ਦੇਖੋ, ਇਹ ਦੁਨੀਆ 'ਚ ਦੂਜੇ ਵਿਸ਼ਵ ਯੁੱਧ ਦੇ ਆਲਮੋਸਟ ਐਂਡ ਤੇ ਆਰਗੇਨਾਈਜੇਸ਼ਨ ਬਣਾਈ ਗਈ ਸੀ। ਇਹਦਾ ਜੋ ਮੇਨ ਕੰਮ ਆ ਉਹੀ ਹੈ ਕਿ ਕੋਈ ਵੀ ਕੰਟਰੀ ਜਦੋਂ ਬੈਲੈਂਸ ਆਫ ਪੇਮੈਂਟ ਦੀ ਕ੍ਰਾਈਸਿਸ ਵਿੱਚ ਆ ਕੇ ਫਸ ਜਾਂਦਾ ਹੈ, ਜਦੋਂ ਉਹਨਾਂ ਕੋਲੇ ਆਹ ਇੰਟਰਨੈਸ਼ਨਲ ਫੋਰਨ ਐਕਸਚੇਂਜ ਰਿਜ਼ਰਵ ਘੱਟ ਪੈਂਦੇ ਆ, ਉਹ IMF ਕੋਲੇ ਜਾ ਸਕਦਾ ਹੈ। IMF ਇਹਦੇ ਬਦਲੇ ਲੋਨ ਦਊਗਾ। ਠੀਕ ਹੈ, ਤੇ ਲੋਨ
ਸ਼ਾਰਟ ਟਰਮ ਲੋਨ ਹੋਣਗੇ, ਤੁਸੀਂ ਹੌਲੀ ਹੌਲੀ ਚੁਕਾ ਦਿਓ, ਘੱਟ ਇੰਟਰਸਟ ਰੇਟ ਤੇ ਲੋਨ ਦੇਣਗੇ ਤੇ ਤੁਸੀਂ ਅਲਟੀਮੇਟਲੀ ਇਹ ਸਾਰੀ ਦੀ ਸਾਰੀ ਜੋ ਤੁਹਾਡੇ ਉੱਤੇ ਮੁਸੀਬਤ ਆਈ ਹੋਈ ਹੈ ਤੁਸੀਂ ਉਹ ਤੋਂ ਬਚ ਸਕਦੇ ਹੋ। ਪਰ ਜਿਹੜਾ IMF ਹੈ ਨਾ ਉਹ ਇਦਾਂ ਲੋਨ ਨਹੀਂ ਦਿੰਦਾ, ਠੀਕ ਹੈ। IMF ਹਮੇਸ਼ਾ ਕੋਈ ਨਾ ਕੋਈ ਸ਼ਰਤਾਂ ਲਾਉਂਦਾ ਹੈ, ਠੀਕ ਹੈ, यानी कि शर्तिया लोन लिख सकते हैं, शर्तिया कर्जा कह लो, शर्तिया कर्जा ही दिंदा हमेशा, यानी कि कुछ ना कुछ शर्तां होंदियां जिहदे उत्ते IMF लोन दिंदा है। देखो IMF दा कहना है अज तुसी इस सिचुएशन विच फसे हो, जिवें हुण श्रीलंका फसे होए, श्रीलंका दा एग्जांपल देना, श्रीलंका नूं भी यही इस टाइम कहा गया कि तुसी इस जो क्राइसिस फसे हो ਇਹਦਾ ਮੇਨ ਕਾਰਨ ਹੈ ਕਿ ਅੱਜ ਤੱਕ ਤੁਸੀਂ ਆਪਣੀ ਆਰਥਿਕਤਾ ਜਿੱਦਾਂ ਚਲਾਈ, ਆਪਣਾ ਦੇਸ਼ ਜਿੱਦਾਂ ਤੁਸੀਂ ਚਲਾਇਆ ਉਹੀ ਪ੍ਰੋਬਲਮ ਹੈ। ਤੁਸੀਂ ਜੇ ਗਲਤ ਹੈ ਉਹਨੂੰ ਤੁਸੀਂ ਸਹੀ ਕਰ ਦੋਗੇ, ਤੁਸੀਂ ਕਦੀ ਇਸ ਦੁਆਰਾ ਸਿਚੁਏਸ਼ਨ ਵਿੱਚ ਨਹੀਂ ਫਸੋਗੇ। ਇਹਦੇ ਲਈ ਕੀ ਜ਼ਰੂਰੀ ਹੈ ਕਿ IMF ਫਿਰ ਕਰਦਾ ਕੀ ਹੈ, ਅੰਤਰਰਾਸ਼ਟਰੀ ਮੁਦਰਾ ਫੰਡ ਕਰਦਾ ਕੀ ਹੈ, ਇਹ ਜਿਹੜਾ ਤੁਸੀਂ ਲੋਨ ਅਪਲਾਈ ਕੀਤਾ ਇਹਨੂੰ ਨਾ ਕਿਸ਼ਤਾਂ ਵਿੱਚ ਵੰਡ ਦਿੰਦਾ, ਕਿ ਸਾਰਾ ਲੋਨ ਇਕੱਠੇ ਨਹੀਂ ਦਿੰਦਾ। ਲੈਟਸ ਸਪੋਜ਼ 4 ਕਿਸ਼ਤਾਂ ਬਣਾਤੀਆਂ, ਹਰ ਕਿਸ਼ਤ ਉਦੋਂ ਮਿਲੂਗੀ ਜਦੋਂ ਉਹਦੇ ਨਾਲ ਜਿਹੜੀਆਂ ਕੰਡੀਸ਼ਨ ਲਿਖੀਆਂ ਹੋਈਆਂ, ਸ਼ਰਤਾਂ ਲਿਖੀਆਂ ਹੋਈਆਂ, ਤੁਸੀਂ ਉਹ ਸਾਰੀਆਂ ਪੂਰੀਆਂ ਕਰੋਗੇ, ਫਿਰ ਤੁਹਾਨੂੰ ਉਹ ਵਾਲਾ ਅਮਾਉਂਟ ਜਾਰੀ ਹੋ ਜਾਊਗਾ। ਫਿਰ ਅਗਲੀਆਂ ਸ਼ਰਤਾਂ ਸਾਰੀਆਂ ਪੂਰੀਆਂ ਕਰੋ, ਉਹ ਵਾਲਾ ਅਮਾਉਂਟ ਜਾਰੀ ਹੋ ਜਾਊਗਾ। ਇਸ ਤਰੀਕੇ ਨਾਲ ਇੱਕ ਤਾਂ ਤੁਹਾਡੀ ਆਰਥਿਕਤਾ ਸੁਧਰਦੀ ਜਾਊਗੀ ਤੇ ਇੱਕ ਟਾਈਮ ਤੇ ਜਿੰਨਾ ਕੋ ਪੈਸਾ ਰਿਕੁਆਇਰਡ ਹੈ ਉਹ ਸਾਰਾ ਦਾ ਸਾਰਾ ਤੁਹਾਨੂੰ ਪੈਸਾ ਮਿਲ ਜਾਊਗਾ ਆਪਣਾ ਦੇਸ਼ ਲਗਾਤਾਰ ਚਲਾਏ ਰੱਖਣ ਲਈ, ਠੀਕ ਹੈ। ਇਸ ਤਰੀਕੇ ਨਾਲ ਕੋਸ਼ਿਸ਼ ਹੁੰਦੀ ਹੈ ਦੇਸ਼ਾਂ ਨੂੰ ਬਚਾਉਣ ਦੀ। ਹੁਣ ਇਸੇ ਦੇ ਚੱਲਦੇ ਹੋਏ ਆਪਾਂ ਜਿਹੜੇ ਰਿਫਾਰਮ ਕੀਤੇ ਉਹਨਾਂ ਨੂੰ ਆਪਾਂ ਸ਼ਾਰਟ ਵਿੱਚ ਕਹਿ ਦਿੰਦੇ ਆ LPG ਸੁਧਾਰ, LPG ਰਿਫਾਰਮਸ। ਦੇਖੋ LPG ਜਿਹੜਾ ਵਰਡ ਹੈ ਇਹ ਇੰਗਲਿਸ਼ ਦੇ 3 ਵਰਡਸ ਤੋਂ ਬਣਿਆ ਹੋਇਆ। ਉਦਾਰੀਕਰਨ ਯਾਨੀ ਕਿ ਜਿਹਨੂੰ ਆਪਾਂ ਇੰਗਲਿਸ਼ ਵਿੱਚ ਲਿਬਰਲਾਈਜੇਸ਼ਨ ਕਹਿੰਦੇ ਆ, L ਇੱਥੋਂ ਆਇਆ, ਇਹ ਉਹ ਗੈਸ ਵਾਲਾ LPG ਨਹੀਂ ਹੈ, ਲਿਬਰਲਾਈਜੇਸ਼ਨ, ਠੀਕ ਹੈ। ਇਹ ਹੁੰਦੇ ਕੀ ਹੈ, ਉਦਾਰੀਕਰਨ ਕੀ ਹੁੰਦਾ, ਇਹ ਸਭ ਕੁਝ ਮੈਂ ਅੱਗੇ ਦੱਸੂਗਾ। ਨਿੱਜੀਕਰਨ, P ਦਾ ਮਤਲਬ ਹੈਗਾ ਪ੍ਰਾਈਵੇਟਾਈਜੇਸ਼ਨ, ਹੁਣ ਮੈਂ ਤੁਹਾਨੂੰ ਸ਼ਾਰਟਲੀ ਇਹ ਸਾਰਿਆਂ ਦਾ ਮਤਲਬ ਵੀ ਦੱਸੂਗਾ। ਤੇ ਵਿਸ਼ਵੀਕਰਨ, ਠੀਕ ਹੈ G, ਗਲੋਬਲਾਈਜੇਸ਼ਨ। ਤਾਂ ਇੰਗਲਿਸ਼ ਦੇ ਇਹ 3 ਸ਼ਬਦਾਂ ਤੋਂ L, P ਤੇ G, ਇਹਨਾਂ ਨੂੰ ਆਪਾਂ LPG ਰਿਫਾਰਮਸ ਕਹਿੰਦੇ ਆ। ਪੰਜਾਬੀ ਵਿੱਚ ਇਹਨਾਂ ਨੂੰ ਆਪਾਂ ਉਦਾਰੀਕਰਨ, ਨਿੱਜੀਕਰਨ ਤੇ ਵਿਸ਼ਵੀਕਰਨ, ਇਹ 3 ਸ਼ਬਦਾਂ ਤੋਂ ਆਪਾਂ ਰੈਫਰ ਕਰਾਂਗੇ, ਠੀਕ ਹੈ। ਹੁਣ ਉਦਾਰੀਕਰਨ ਹੁੰਦਾ ਕੀ ਹੈ, ਦੇਖੋ ਮੈਂ ਤੁਹਾਨੂੰ ਪਿਛਲੇ ਲੈਕਚਰ ਵਿੱਚ ਦੱਸਿਆ ਸੀ ਕਿ ਆਪਣੀ ਸਰਕਾਰ ਨੇ ਕੀ ਕੀਤਾ ਸੀ ਕਿ ਪਹਿਲੀ ਗੱਲ ਤਾਂ 2 ਲਿਸਟ ਬਣਾ ਦੀਆਂ ਸੀ, ਇੱਕ ਲਿਸਟ ਜਿਹੜੀ ਥੋੜੀ ਸਿਰਫ ਸਰਕਾਰ ਜੀ ਦੇ ਅੰਦਰ ਕੰਮ ਕਰੂਗੀ ਤੇ ਇੱਕ ਜੀ ਥੋੜਾ ਪ੍ਰਾਈਵੇਟ ਕੰਮ ਕਰੂਗਾ, ਠੀਕ ਹੈ। ਹੁਣ ਸਰਕਾਰ ਨੇ ਕੀ ਕੀਤਾ, ਸਰਕਾਰ ਦਾ ਮੈਂ ਤੁਹਾਨੂੰ ਦੱਸਿਆ ਸੀ ਕਿ ਜ਼ਿਆਦਾਤਰ ਚੀਜ਼ਾਂ ਸਰਕਾਰ ਨੇ ਆਪਣੀ ਲਿਸਟ ਵਿੱਚ ਲਿਖ ਲਈਆਂ ਸੀ, ਠੀਕ ਹੈ। ਜ਼ਿਆਦਾਤਰ ਚੀਜ਼ਾਂ ਸਰਕਾਰ ਨੇ ਆਪਣੀ ਲਿਸਟ ਵਿੱਚ ਲਿਖ ਲਈਆਂ ਸੀ, ਜਿਹਦੇ ਕਾਰਨ ਕੀ ਹੋਇਆ, ਸਰਕਾਰ ਨੇ ਮੋਨੋਪੋਲੀ ਤਾਂ ਬਣਾ ਲਈ, ਪਰ ਸਰਕਾਰ ਤਾਂ ਵੀ ਭਾਰਤ ਲਈ ਹਰ ਚੀਜ਼ ਨਹੀਂ ਬਣਾ ਪਾ ਰਹੀ ਸੀ ਜੋ ਲੋਕਾਂ ਨੂੰ ਚਾਹੀਦੀ ਆ। ਦੂਜੀ ਸਾਈਡ ਤੇ ਜਿਹੜਾ ਪ੍ਰਾਈਵੇਟ ਸੈਕਟਰ ਸੀ, ਸਰਕਾਰ ਨੇ ਇਹਨੂੰ ਕੰਮ ਕਰਨ ਲਈ ਬਹੁਤ ਥੋੜੀਆਂ ਚੀਜ਼ਾਂ ਦਿੱਤੀਆਂ ਸੀ ਤੇ ਹਰ ਚੀਜ਼ ਲਈ ਕਿਤੇ ਨਾ ਕਿਤੇ ਜੇ ਕੰਮ ਕਰਨਾ ਹੈ ਤੁਹਾਨੂੰ ਲਾਇਸੈਂਸ ਲੈਣਾ ਪੈਂਦਾ ਸੀ। ਤੁਹਾਨੂੰ ਮੈਂ ਦੱਸਿਆ ਜੇ ਕਿਸੇ ਬੰਦੇ ਨੇ ਕਰਿਆਨੇ ਦੀ ਦੁਕਾਨ ਵੀ ਖੋਲਣੀ ਹੈ ਉਹਨੂੰ ਵੀ ਲਾਇਸੈਂਸ ਲੈਣਾ ਪੈਂਦਾ ਸੀ। ਹੁਣ ਕਰਿਆਨੇ ਦੀ ਦੁਕਾਨ ਚ ਇਦਾਂ ਦਾ ਕੀ ਹੈ ਕਿ ਲਾਇਸੈਂਸ ਲੈਣਾ ਪਊਗਾ। ਤਾਂ ਉਦਾਰੀਕਰਨ ਵਿੱਚ ਕੀ ਹੈ ਕਿ ਤੁਹਾਨੂੰ ਹੁਣ ਆਪਣੀ ਸਾਰੀ ਇਕੋਨਮੀ ਨੂੰ ਲਿਬਰਲਾਈਜ਼ ਕਰਨਾ, ਯਾਨੀ ਕਿ ਆਜ਼ਾਦ ਕਰਨਾ। ਇਹਦੇ ਵਿੱਚ ਸਰਕਾਰ ਨੂੰ ਇਹ ਬੋਲਿਆ ਗਿਆ ਕਿ ਤੁਸੀਂ ਆਪਣੀ ਲਿਸਟ ਖਤਮ ਕਰੋ, ਠੀਕ ਹੈ। ਪ੍ਰਾਈਵੇਟ ਸੈਕਟਰ ਨੂੰ ਵੀ ਅਲਾਓ ਕਰੋ ਕਿ ਬਿਨਾਂ ਲਾਇਸੈਂਸਸ ਦੇ ਪ੍ਰਾਈਵੇਟ ਸੈਕਟਰ ਕੰਮ ਕਰ ਪਾਵੇ। ਇਸੇ ਦੇ ਚੱਲਦੇ ਇਸੇ ਦੇ ਚੱਲਦੇ ਸਰਕਾਰ ਨੇ ਜ਼ਿਆਦਾਤਰ ਚੀਜ਼ਾਂ ਉੱਤੇ ਲਾਇਸੈਂਸ ਖਤਮ ਕਰਤੇ। ਸਿਰਫ ਜਿਹੜੀ ਕੁਝ ਇਨਸਾਨੀ ਹੈਲਥ ਤੇ ਸਾਰੀ ਚੀਜ਼ਾਂ ਤੇ ਚੀਜ਼ਾਂ ਅਸਰ ਪਾ ਸਕਦੀ ਸੀ, ਜਿਵੇਂ ਆਪਣੇ ਫਾਰਮਾਸਿਊਟੀਕਲ ਹੋ ਗਈ, ਆਪਣੀ ਸ਼ਰਾਬ ਬਣਾਉਣ ਦੀ ਫੈਕਟਰੀ ਜੇ ਕਿਸੇ ਨੇ ਲਗਾਣੀ ਹੈ, ਠੀਕ ਹੈ, ਸਿਗਰਟ ਦੀ ਕਿਸੇ ਨੇ ਫੈਕਟਰੀ ਲਗਾਣੀ, ਇਦਾਂ ਦੀਆਂ ਚੀਜ਼ਾਂ ਤੇ ਲਾਇਸੈਂਸ ਰੱਖੇ ਗਏ ਆ, ਅੱਜ ਵੀ ਹੈਗੇ ਆ। ਬਾਕੀ ਸਾਰੀ ਚੀਜ਼ਾਂ ਤੇ ਥੋੜੇ ਲਾਇਸੈਂਸ ਖਤਮ ਕਰ ਦਿੱਤੇ ਗਏ, ਠੀਕ ਹੈ। ਤਾਂ ਹੋਰ ਕੋਈ ਵੀ ਤੁਹਾਡਾ ਜਿਹੜਾ ਪ੍ਰਾਈਵੇਟ ਸੈਕਟਰ ਹੈ, ਕੋਈ ਵੀ ਬੰਦਾ ਹੈ ਹੋਰ ਕਿਸੇ ਫੀਲਡ ਵਿੱਚ ਜੋ ਮਰਜ਼ੀ ਕੰਮ ਕਰ ਸਕਦਾ, ਕੋਈ ਉਹਨੂੰ ਲਾਇਸੈਂਸ ਅੱਡ ਤੋਂ ਲੈਣ ਦੀ ਲੋੜ ਨਹੀਂ ਹੈ। ਤੇ ਦੂਜੀ ਚੀਜ਼ ਜਿਹੜੀ ਹੈਗੀ ਆ, ਸਰਕਾਰ ਨੇ ਜਿਹੜੀ ਆਪਣੀ ਲਿਸਟ ਸੀ
ਸਰਕਾਰ ਨੇ ਆਪਣੀ ਜਿਹੜੀ ਲਿਸਟ ਸੀ ਇਹ ਪਰਮਾਣੂ ਊਰਜਾ ਦਾ ਕੰਮ ਹੈ, ਜਿਹੜਾ ਤੁਹਾਡੀ ਨਿਊਕਲੀਅਰ એનર્ਜੀ ਹੈ, ਇਹ ਅੱਜ ਵੀ ਇਹੀ ਦੋ ਇੰਡਸਟਰੀ ਸਰਕਾਰ ਕੋਲੇ ਹੈ। ਦੇਖੋ ਅੱਜ ਵੀ ਜਿਹੜਾ ਜਿੰਨੇ ਵੀ ਤੁਹਾਡੇ ਨਿਊਕਲੀਅਰ ਪਾਵਰ ਪਲਾਂਟ ਲੱਗ ਰਹੇ ਭਾਰਤ ਦੇ ਅੰਦਰ, ਇਹ ਸਾਰੇ ਸਰਕਾਰ ਦੇ ਆ। ਕੋਈ ਵੀ ਬੰਦਾ ਤੁਹਾਡੀ ਨਿਊਕਲੀਅਰ એનર્ਜੀ ਨਾਲ ਪੰਗੇ ਨਹੀਂ ਲੈ ਸਕਦਾ, ਸਰਕਾਰ ਹੀ ਸਿਰਫ ਨਿਊਕਲੀਅਰ એનર્ਜੀ ਨੂੰ ਹੋਲਡ ਕਰ ਸਕਦੀ ਹੈ। ਦੂਜੇ ਹੈਗਾ ਜਿੰਨੇ ਵੀ ਆਪਣੇ ਰੇਲਵੇ ਹੈਗੀ, ਰੇਲਵੇ ਅੱਜ ਵੀ ਸਾਰੀ ਦੀ ਸਾਰੀ ਸਰਕਾਰ ਦੀ। ਹੁਣ ਸਰਕਾਰ ਨੇ ਕੁਝ ਰੂਟ ਲੀਜ਼ ਤੇ ਦੇਣੇ ਸ਼ੁਰੂ ਕਰ ਲਏ, ਪਰ ਇਹਦਾ ਮਤਲਬ ਇਹ ਨਹੀਂ ਕਿ ਪ੍ਰਾਈਵੇਟ ਟ੍ਰੇਨ ਚੱਲਣ ਲੱਗ ਗਈਆਂ। ਟ੍ਰੇਨ ਸਾਰੀ ਦੀ ਸਾਰੀ ਸਰਕਾਰੀ ਹੀ ਹੈ, ਉਹਦੇ ਅੰਦਰ ਡਰਾਈਵਰ ਸਰਕਾਰੀ ਹੈ, ਸਿਕਿਉਰਿਟੀ ਸਰਕਾਰੀ ਹੈ, ਬਸ ਉਹ ਟਿਕਟ ਕਲੈਕਸ਼ਨ ਜਿਹੜੀ ਹੈਗੀ ਹੈ, ਟਿਕਟ ਚੈੱਕ ਕਰਨਾ, ਉਹ ਆਪਾਂ ਪ੍ਰਾਈਵੇਟ ਸੈਕਟਰ ਨੂੰ ਦੇ ਰਹੇ ਹਾਂ, ਉਹਨਾਂ ਦੀ ਮੇਨਟੇਨੈਂਸ ਪ੍ਰਾਈਵੇਟ ਸੈਕਟਰ ਨੂੰ ਦੇ ਰਹੇ। ਅੱਜ ਵੀ ਇਹ ਦੋ ਚੀਜ਼ਾਂ ਸਰਕਾਰ ਦੀਆਂ, ਇਹ ਦੋ ਇੰਡਸਟਰੀਆਂ ਸਰਕਾਰ ਨੇ ਰੱਖ ਲਈਆਂ। ਤੇ ਇਹਦੇ ਇਲਾਵਾ ਜਿਹੜੀ ਲਾਟਰੀ ਵੀ ਹੁੰਦੀ ਹੈ ਨਾ, ਲਾਟਰੀ ਵੀ ਸਰਕਾਰ ਦੀ ਹੀ ਹੈ। ਅੱਜ ਵੀ ਜੇ ਤੁਸੀਂ ਕੋਈ ਵੀ ਲਾਟਰੀ ਖਰੀਦਣ ਜਾਓਗੇ, ਤੁਹਾਡਾ ਦੀਵਾਲੀ, ਮਹਾ ਬੰਪਰ, ਇਦਾਂ ਕੋਈ ਵੀ ਜਿੰਨੇ ਵੀ ਤੁਹਾਡੇ ਲਾਟਰੀ ਬੰਪਰ ਪ੍ਰਾਈਜ਼ ਹੈ, ਕੁਝ ਵੀ ਹੈ, ਉਹ ਸਾਰੇ ਹਮੇਸ਼ਾ ਦੇਖਿਓ ਸਰਕਾਰ ਸਟੇਟ ਗਵਰਨਮੈਂਟ ਦਾ ਨਾਮ ਲਿਖਿਆ ਹੁੰਦਾ, ਠੀਕ ਹੈ, ਪੰਜਾਬ ਸਟੇਟ ਲਾਟਰੀ। ਅੱਜ ਵੀ ਲਾਟਰੀ ਸਿਰਫ ਤੁਹਾਡਾ ਪ੍ਰਾਈਵੇਟ ਸੈਕਟਰ ਨੂੰ ਅਲਾਉਡ ਨਹੀਂ ਹੈ, ਸੌਰੀ ਸਿਰਫ ਤੁਹਾਡਾ ਪ੍ਰਾਈਵੇਟ ਸੈਕਟਰ ਨੂੰ ਅਲਾਉਡ ਨਹੀਂ ਹੈ, ਤੁਹਾਡੇ ਸਿਰਫ ਅੱਜ ਵੀ ਸਿਰਫ ਸਰਕਾਰ ਹੀ ਲਾਟਰੀ ਜਾਰੀ ਕਰ ਸਕਦੀ ਹੈ, ਪ੍ਰਾਈਵੇਟ ਸੈਕਟਰ ਨੂੰ ਅਲਾਉਡ ਨਹੀਂ ਹੈ। ਇਹਦੇ ਇਲਾਵਾ ਆਪਾਂ ਆਪਣਾ ਜਿਹੜਾ ਅੰਤਰਰਾਸ਼ਟਰੀ ਜਿੰਨਾ ਵੀ ਆਪਣਾ ਟ੍ਰੇਡ ਸੀਗਾ, ਉਹਨੂੰ ਵੀ ਆਪਾਂ ਸਾਰਾ ਆਜ਼ਾਦ ਕਰਨਾ ਸੀ, ਜਿੰਨੇ ਆਪਾਂ ਨਿਯਮਾਂ ਵਿੱਚ ਉਹਨਾਂ ਨੂੰ ਬੰਨਿਆ ਹੋਇਆ ਸੀ। ਕਿੱਦਾਂ ਬੰਨਿਆ ਹੋਇਆ ਸੀ? ਦੇਖੋ ਆਪਾਂ ਨਾ ਜਿੰਨਾ ਵੀ ਆਪਾਂ ਇੰਪੋਰਟ ਤੇ ਐਕਸਪੋਰਟ ਕਰਦੇ ਸੀ, ਉਹਦੇ ਉੱਤੇ ਆਪਾਂ ਟੈਰਿਫ ਲਾਉਂਦੇ ਸੀ। ਟੈਰਿਫ ਕੀ ਹੁੰਦਾ? ਟੈਕਸਿਸ ਹੁੰਦੇ ਆ। ਜਿੰਨਾ ਵੀ ਸਮਾਨ ਬਾਹਰੋਂ ਆਉਂਦਾ ਸੀ, ਇੰਪੋਰਟ ਡਿਊਟੀ ਲੱਗਦੀ ਸੀ, ਅੱਜ ਵੀ ਲੱਗਦੀ ਆ, ਪਰ ਉਦੋਂ ਬਹੁਤ ਜ਼ਿਆਦਾ 400% ਦੇ ਕਰੀਬ ਥੋੜੀ ਇੰਪੋਰਟ ਡਿਊਟੀ ਲੱਗ ਜਾਂਦੀ ਸੀ। ਜਿਹੜਾ ਸਮਾਨ ਬਾਹਰੋਂ ਆਉਂਦਾ ਬਹੁਤ ਹੀ ਮਹਿੰਗਾ ਹੋ ਜਾਂਦਾ ਸੀ। ਜਿਹੜਾ ਸਮਾਨ ਆਪਾਂ ਵੀ ਇੱਥੋਂ ਭੇਜਦੇ ਸੀ ਨਾ, ਦੇਖੋ ਪ੍ਰਾਈਵੇਟ ਕੰਪਨੀ, ਇਵਨ ਜਿਹੜੀਆਂ ਸਰਕਾਰੀ ਕੰਪਨੀਆਂ, ਉਹਨਾਂ ਨੂੰ ਸਮਾਨ ਬਾਹਰ ਵੇਚਣ ਤੇ ਬਹੁਤ ਜ਼ਿਆਦਾ ਰੋਕ ਸੀ, ਠੀਕ ਹੈ। ਕਿਉਂ ਰੋਕ ਸੀ? ਕਿਉਂਕਿ ਭਾਰਤ ਦੀ ਆਪਣੀ ਖੁਦ ਦੀ ਜ਼ਰੂਰਤਾਂ ਤਾਂ ਪੂਰੀਆਂ ਹੋ ਨਹੀਂ ਰਹੀਆਂ। ਜੇ ਮੈਂ ਉਹੀ ਸਮਾਨ ਬਾਹਰ ਵੇਚਣ ਲੱਗ ਜਾਊਂਗਾ, ਦੇਖੋ ਕੰਪਨੀਆਂ ਨੂੰ ਪੈਸੇ ਤਾਂ ਬਾਹਰ ਜ਼ਿਆਦਾ ਬੈਟਰ ਮਿਲਣਗੇ, ਡਾਲਰ 'ਚ ਕਮਾਈ ਹੋਊਗੀ, ਪਰ ਗੱਲ ਉਹੀ ਹੈ, ਜਦੋਂ ਭਾਰਤ ਦੀ ਆਪਣੀਆਂ ਜ਼ਰੂਰਤਾਂ ਨਹੀਂ ਪੂਰੀ ਹੋ ਰਹੀਆਂ, ਬਾਹਰ ਸਮਾਨ ਵੇਚੋਗੇ, ਭਾਰਤ ਦੀ ਤਰੱਕੀ ਕਿੱਦਾਂ ਹੋਊਗੀ? ਤਾਂ ਸਰਕਾਰ ਨੇ ਕੀ ਕੀਤਾ ਸੀ? ਸਰਕਾਰ ਨੇ ਨਾ ਉਹਨਾਂ ਉੱਤੇ ਕੋਟੇ ਲਗਾਉਣੇ ਸ਼ੁਰੂ ਕਰਤੇ ਸੀ ਕਿ ਲੈਟਸ ਸਪੋਜ਼ ਕੋਈ ਆਇਰਨ ਤੇ ਸਟੀਲ ਦੀ ਇੰਡਸਟਰੀ ਹੈ, ਉਹਨਾਂ ਨੂੰ ਕਹਿੰਦੇ ਸੀ, ਲੈਟਸ ਸਪੋਜ਼ ਸਿਰਫ ਐਗਜ਼ਾਮਪਲ ਲਈ, ਕਿ 1000 ਮੀਟ੍ਰਿਕ ਟਨ ਤੁਸੀਂ ਇੱਕ ਸਾਲ ਵਿੱਚ ਬਾਹਰ ਵੇਚ ਸਕਦੇ ਹੋ, ਠੀਕ ਹੈ, ਆਯਾਤ ਕਰ ਸਕਦੇ ਹੋ, ਸੌਰੀ ਨਿਰਯਾਤ ਕਰ ਸਕਦੇ ਹੋ, ਤੇ ਬਾਕੀ ਸਾਰਾ ਦਾ ਸਾਰਾ ਤੁਹਾਨੂੰ ਭਾਰਤ ਦੇ ਅੰਦਰ ਹੀ ਵੇਚਣਾ ਪੈਣਾ। ਜੇ ਇਦੋਂ ਜ਼ਿਆਦਾ ਤੁਸੀਂ ਬਾਹਰ ਵੇਚਣਾ ਚਾਹੁੰਦੇ ਹੋ, ਤੁਹਾਨੂੰ ਅੱਡ ਤੋਂ ਟੈਕਸ ਦੇਣਾ ਪਊਗਾ, ਠੀਕ ਹੈ। ਤਾਂ ਅੱਡ ਤੋਂ ਉਹਦੇ ਉੱਤੇ ਵੀ ਟੈਰਿਫ ਲੱਗਦਾ ਹੁੰਦਾ ਸੀ। ਤਾਂ ਇਹ ਸਾਰੇ ਕੋਟੇ ਖਤਮ ਕਰਨ ਨੂੰ ਬੋਲਿਆ ਗਿਆ, ਆਹ ਲਿਸਟ ਖਤਮ ਕਰਨ ਨੂੰ ਬੋਲਿਆ ਗਿਆ ਕਿ ਸਰਕਾਰ ਆਪਣੇ ਕੋਲ ਹੀ ਸਭ ਕੁਝ ਰੱਖੇ, ਪ੍ਰਾਈਵੇਟ ਸੈਕਟਰ ਨੂੰ ਵੀ ਕੰਮ ਕਰਨ ਦੇਵੇ, ਠੀਕ ਹੈ। ਆਯਾਤ ਤੇ ਨਿਰਯਾਤ ਉੱਤੇ ਜਿੰਨੀਆਂ ਵੀ ਹੋਰ ਪਾਬੰਦੀਆਂ ਲਗਾਈਆਂ ਹੋਈਆਂ, ਉਹ ਸਾਰੀਆਂ ਵੀ ਖਤਮ ਕਰੀਏ, ਠੀਕ ਹੈ। ਇਹ ਸਾਰੀ ਆਜ਼ਾਦੀ ਇੱਥੇ। ਇਹਦੇ ਇਲਾਵਾ ਆਪਾਂ ਆਪਣੀ ਵਿਦੇਸ਼ੀ ਮੁਦਰਾ ਸੁਧਾਰ ਵੀ ਕਰਨ ਦਾ ਸੋਚਿਆ। ਦੇਖੋ ਪਹਿਲਾਂ ਕੀ ਹੁੰਦਾ ਸੀ, ਸਰਕਾਰ ਨਾ ਕੰਟਰੋਲ ਕਰਦੀ ਸੀ ਇਸ ਚੀਜ਼ ਨੂੰ ਕਿ ਲੈਟਸ ਸਪੋਜ਼ ਆਪਣਾ $1 ਕਿੰਨੇ ਰੁਪਏ ਦਾ ਹੋਊਗਾ, ਯਾਨੀ ਕਿ ਸਰਕਾਰ ਡਿਕਲੇਅਰ ਕਰਦੀ ਸੀ, ਆਪਾਂ ਜਿਵੇਂ $1 5 ਰੁਪਏ ਦੇ ਬਰਾਬਰ, ਇਹ ਆਪਾਂ ਡਿਕਲੇਅਰ ਕਰਦੇ ਸੀ ਕਿ ਅਸੀਂ $1 ਦੇ ਬਦਲੇ 5 ਰੁਪਏ ਰੱਖਾਂਗੇ, ਮਤਲਬ ਸਰਕਾਰ ਡਿਸਾਈਡ ਕਰਦੀ ਸੀ। ਪਰ ਇਹ ਪ੍ਰੋਬਲਮ ਕੀ ਹੈ? ਦੇਖੋ ਲੈਟਸ ਸਪੋਜ਼ ਕਿਸੇ ਬੰਦੇ ਨੇ, ਜਿਹੜਾ ਬਾਹਰੋਂ ਕੋਈ ਬੰਦਾ, ਕੋਈ ਬਾਹਰੋਂ ਸਮਾਨ ਖਰੀਦਣਾ ਜਾਂਦਾ ਭਾਰਤ ਤੋਂ, ਅੱਜ ਦੇ ਉਹ ਤੋਂ ਕੰਪੇਅਰ ਕਰਕੇ ਦੇਖੀਏ ਆਪਾਂ, ਅੱਜ ਜਿਹੜਾ ਤੁਹਾਡਾ ਹੁਣ ਜਿਹੜਾ ਤੁਹਾਡਾ ਡਾਲਰ, ਆਪਾਂ ਰਫ ਵੈਲਿਊ ਲੈ ਲੈਂਦੇ ਆ, $1 ਜੇ ਤੁਹਾਡਾ 82 ਦੇ ਬਰਾਬਰ ਹੈ, ਆਪਾਂ ਇਹਨਾਂ ਨੂੰ ਅੱਜ ਦੇ ਉਹ ਚ ਕੰਪੇਅਰ ਕਰਦੇ ਹਾਂ ਕਿ ਲੈਟਸ ਸਪੋਜ਼ ਅੱਜ ਵੀ ਆਪਣੀ ਸਰਕਾਰ ਡਿਕਲੇਅਰ ਕਰਨ ਨੂੰ, ਅੱਜ ਵੀ ਆਪਾਂ ਡਿਕਲੇਅਰ ਕਰਦੇ ਕਿ ਇਸ ਤਾਂ ਇਸੇ ਟ੍ਰੇਡ ਤੇ ਚੱਲਣਾ, ਠੀਕ ਹੈ। ਪਰ ਹੁਣ ਗੱਲ ਕੀ ਹੈ, ਲੈਟਸ ਸਪੋਜ਼ ਕੋਈ ਇੱਕ ਇੰਟਰਨੈਸ਼ਨਲੀ ਬੰਦਾ ਸੀ ਜਿਹੜਾ ਕਿਸੇ ਹੋਰ ਦੇਸ਼ ਤੋਂ ਪੈਨਸਿਲ ਖਰੀਦਣਾ ਚਾਹੁੰਦਾ ਸੀ, ਠੀਕ ਹੈ, ਉਹ ਪੈਨਸਿਲ ਖਰੀਦ ਕੇ ਉਸ ਦੇਸ਼ ਵਿੱਚ ਵੇਚਣਾ ਚਾਹੁੰਦਾ ਹੈ। ਹੁਣ ਉਹਨੇ ਭਾਰਤ ਤੋਂ ਪੁੱਛਿਆ ਕਿ ਭਾਰਤ ਦੇ ਅੰਦਰ ਪੈਨਸਿਲ ਦਾ ਕੀ ਰੇਟ ਹੈ। ਕਿਸੇ ਟ੍ਰੇਡਰਸ ਨੇ ਉਹਨਾਂ ਨੂੰ ਬੋਲਿਆ ਕਿ ਦੇਖੋ ਜੀ, ਅਸੀਂ $1 ਦੀ ਇੱਕ ਪੈਨਸਿਲ ਦਿੰਨੇ ਆ, ਤੁਸੀਂ ਜਿੰਨੀਆਂ ਆਰਡਰ ਕਰੋਗੇ ਅਸੀਂ ਫਿਰ ਉਹਦੇ ਅਕੋਰਡਿੰਗ ਉਹਨਾਂ ਤੁਸੀਂ ਡਾਲਰ ਸਾਨੂੰ ਪੇ ਕਰਦੇ ਹੋ। ਤਾਂ ਬੰਦਾ ਸੋਚੂਗਾ, ਅੱਛਾ ਚਲੋ ਮੈਂ $1 ਇਨਵੈਸਟ ਕਰਦਾ, ਯਾਨੀ ਕਿ ਮੈਨੂੰ 5 ਪੈਨਸਿਲਾਂ ਆ ਜਾਣਗੀਆਂ, ਠੀਕ ਹੈ, ਕਿਉਂਕਿ $1 ਦੀ ਇੱਕ ਹੈ ਤਾਂ $1 ਵਿੱਚ ਮਤਲਬ 5 ਪੈਨਸਿਲਾਂ ਆ ਜਾਣਗੀਆਂ। ਉਸੇ ਬੰਦੇ ਨੇ ਚਾਈਨਾ ਤੋਂ ਵੀ ਪੁੱਛਿਆ। ਚਾਈਨਾ ਲੈਟਸ ਸਪੋਜ਼ ਆਪਣਾ ਜੋ ਇੰਟਰਸਟ ਰੇਟ ਰੱਖ ਕੇ ਬੈਠਾ, ਮਤਲਬ ਆਪਣੀ ਕਰੰਸੀ ਦਾ ਰੇਟ ਰੱਖ ਕੇ ਬੈਠਾ ਹੈ,
ਉਹ ਇਸ ਤਰੀਕੇ ਨਾਲ ਰੱਖ ਕੇ ਬੈਠਾ ਹੋਇਆ ਹੈ ਕਿ ਉਹਨਾਂ ਨੇ ਆਪਣਾ ਯੂਆਨ ਰੱਖਿਆ ਲੈਟਸ ਸਪੋਜ਼ 10 ਤੇ, ਉਹਨਾਂ ਨੇ ਵੀ ਕਿਹਾ ਸਾਡੇ 1 ਯੂਆਨ ਦੀ 1 ਪੈਨਸਿਲ ਹੈ। ਉਹ ਬੰਦਾ ਦੇਖੂਗਾ ਕਿ ਦੇਖੋ ਜੇ ਮੈਂ ਚਾਈਨਾ ਤੋਂ ਪੈਨਸਿਲ ਮੰਗਾ ਰਿਹਾ ਤਾਂ ਮੈਂ 10 ਮੰਗਾ ਪਾਊਂਗਾ, ਭਾਰਤ ਤੋਂ ਮੰਗਾ ਰਿਹਾ ਤਾਂ ਮੈਂ 5 ਮੰਗਾ ਪਾਊਂਗਾ, ਤਾਂ ਭਾਰਤ ਤੋਂ ਮੰਗਾਉਣ ਤਾਂ ਘੱਟ ਹੀ ਹੈ, ਤਾਂ ਉਹ ਚੀਨ ਨੂੰ ਸਾਰਾ ਦਾ ਸਾਰਾ ਆਰਡਰ ਦੇ ਦੂਗਾ ਕਿ ਆਹ ਇਹਨਾਂ ਤੋਂ ਮੰਗਾ ਲੈਣੇ ਆ ਕਿਉਂਕਿ ਇੱਥੋਂ ਮੈਨੂੰ ਮੰਗਾਣਾ ਸਸਤਾ ਪੈ ਰਿਹਾ, ਠੀਕ ਹੈ, ਕਿਉਂਕਿ ਉੱਥੇ $1 10 ਦਾ, ਮਤਲਬ 10 ਯੂਆਨ ਦਾ ਦੇ ਬਰਾਬਰ ਹੈ, ਆਪਣੇ ਇੱਥੇ 5 ਦੇ ਬਰਾਬਰ ਹੈ। ਤਾਂ ਆਪਾਂ ਜੇ $1 ਦੀ 1 ਪੈਨਸਿਲ ਵੇਚ ਰਹੇ ਆਪਣੇ ਤਾਂ 5 ਜਾਣਗੀਆਂ, ਉਹ 1 ਯੂਆਨ ਦੀ ਜੇ 1 ਪੈਨਸਿਲ ਵੇਚ ਰਹੇ ਉਹਨਾਂ 10 ਆ ਜਾਣਗੀਆਂ। ਤਾਂ ਬੰਦੇ ਨੂੰ ਤਾਂ ਇੱਥੇ ਹੀ ਫਾਇਦਾ ਨਾ ਕਿ ਅੱਧੇ ਰੇਟ 'ਚ ਹੀ ਪੈ ਗਈਆਂ, ਡਬਲ ਪੈਨਸਿਲਾਂ ਮੰਗਾ ਲਈਆਂ ਉਹਨੇ ਇੱਕ ਤਰੀਕੇ ਨਾਲ, ਠੀਕ ਹੈ। ਤਾਂ ਡਾਲਰ ਖਰਚੇ ਉਹਨੇ ਇੱਕ ਹੈ ਦੋਨੋਂ ਜਗ੍ਹਾ। ਤਾਂ ਆਪਾਂ ਨੂੰ ਆਪਣੀ ਕਰੰਸੀ ਡੀ ਵੈਲਿਊ ਵੇਟ ਕਰਨ ਦੀ ਲੋੜ ਸੀ, ਘਟਾਉਣ ਦੀ ਲੋੜ ਸੀ, ਫਿਰ ਆਪਾਂ ਆਪਣੀ ਵੈਲਿਊ ਗਿਰਾਈ, ਠੀਕ ਹੈ, ਇਹਨੂੰ ਆਪਾਂ ਫਿਰ ਸਡਨਲੀ ਤੁਹਾਡੇ $25 ਤੱਕ ਵੀ ਲੈ ਗਏ ਸੀ, ਠੀਕ ਹੈ, ਕਿ ਆਪਣੀ ਗਿਰੂਗੀ ਤਾਂ ਹੀ ਲੋਕੀ ਆਪਣੇ ਸਮਾਨ ਖਰੀਦਣਗੇ, ਕਿਉਂਕਿ ਫਿਰ ਹੀ ਆਪਣੀਆਂ ਚੀਜ਼ਾਂ ਸਸਤੀਆਂ ਪੈਣਗੀਆਂ ਬਾਕੀਆਂ ਨਾਲੋਂ, ਠੀਕ ਹੈ। ਇਹ ਸਾਰੀ ਚੀਜ਼ ਇਹਨੂੰ ਆਪਾਂ ਉਦਾਰੀਕਰਨ ਕਹਿੰਦੇ ਕਿ ਇਹ ਇੱਕ ਆਰਥਿਕਤਾ ਵਿੱਚ ਇਹਨੂੰ ਆਪਾਂ ਉਦਾਰੀਕਰਨ ਰੈਫਰ ਕਰਦੇ ਹਾਂ। ਦੂਜੀ ਚੀਜ਼ ਜਿਹੜੀ ਆਪਾਂ ਇਹਦੇ ਨਾਲ ਹੀ ਉਦਾਰੀਕਰਨ ਵਿੱਚ ਕਰਨੀ ਸੀ, ਹੁਣ ਸੀਗਾ ਆਪਾਂ ਨੂੰ ਬਾਹਰੋਂ ਦੀ ਵਿਦੇਸ਼ੀ ਨਿਵੇਸ਼ ਵੀ ਆਪਣੇ ਭਾਰਤ ਵਿੱਚ ਅਟਰੈਕਟ ਕਰਨਾ ਸੀ ਕਿ ਲੋਕੀ ਆਪਣੇ ਭਾਰਤ ਵਿੱਚ ਪੈਸਾ ਲਗਾਉਣ। ਹੁਣ ਇਹਦੇ 2 ਤਰੀਕੇ ਹੁੰਦੇ ਆ, ਸਿੱਧਾ ਵਿਦੇਸ਼ੀ ਨਿਵੇਸ਼ ਵੀ ਕਰਵਾ ਸਕਦੇ ਹੋ ਜਾਂ ਵਿਦੇਸ਼ੀ ਸੰਸਥਾਨਿਕ ਨਿਵੇਸ਼ ਵੀ ਕਰਵਾ ਸਕਦੇ ਹੋ। ਹੁਣ ਇਹਦਾ ਮਤਲਬ ਹੁੰਦਾ, ਦੇਖੋ ਜਿਹੜਾ ਸਿੱਧਾ ਨਿਵੇਸ਼ ਹੈ ਇਹਦਾ ਮਤਲਬ ਹੁੰਦਾ ਕਿ ਜਿਹੜਾ ਵੀ ਫੋਰਨਰ ਜਾਂ ਫੋਰਨ ਕੰਪਨੀ ਭਾਰਤ ਵਿੱਚ ਪੈਸਾ ਲਗਾਉਗੀ ਨਾ, ਉਹ ਲੰਬੇ ਸਮੇਂ ਲਈ ਭਾਰਤ ਦੇ ਅੰਦਰ ਪੈਸਾ ਲਗਾਉਂਦੇ ਆ। ਕਿਸ ਤਰੀਕੇ ਨਾਲ? ਜਦੋਂ ਸਿੱਧਾ ਨਿਵੇਸ਼ ਕਰਦੇ ਇਹਦਾ ਮਤਲਬ ਉਹ ਭਾਰਤ ਵਿੱਚ ਕੋਈ ਨਾ ਕੋਈ ਫੈਕਟਰੀ ਖੋਲਣਗੇ, ਠੀਕ ਹੈ, ਫੈਕਟਰੀ ਖੋਲੀ, ਫੈਕਟਰੀ ਲਈ ਸ਼ਾਇਦ ਜ਼ਮੀਨ ਖਰੀਦਣੀ ਪਊਗੀ ਜਾਂ ਫੈਕਟਰੀ ਖਰੀਦਣੀ ਪਊਗੀ ਜਾਂ ਲੀਜ਼ ਤੇ ਲੈਣੀ ਪਊਗੀ, ਇਹਦੇ ਅੰਦਰ ਵਰਕਰ ਰੱਖਣੇ ਪੈਣੇ ਜਾਂ ਵਰਕਰਸ ਨੂੰ ਸੈਲਰੀ ਦੇਣੀ ਹੈ। ਤਾਂ ਇਦਾਂ ਦੀ ਜੇ ਕੋਈ ਵੀ ਕੰਪਨੀ ਭਾਰਤ ਦੇ ਅੰਦਰ ਆ ਕੇ ਇਦਾਂ ਦਾ ਨਿਵੇਸ਼ ਕਰ ਰਹੀ ਹੈ, ਉਹ ਦੇਖੋ ਇੱਕ ਸਾਲ ਉਹਨਾਂ ਨੂੰ ਘਾਟਾ ਹੋਇਆ, 1 ਸਾਲ ਵਿੱਚ ਥੋੜੀ ਭਾਰਤ ਨੂੰ ਛੱਡ ਕੇ ਚਲੇ ਜਾਣਗੇ। ਜਿਵੇਂ ਐਗਜ਼ਾਮਪਲ ਦਵਾਂ ਤੁਹਾਨੂੰ ਹਾਰਲੇ ਡੇਵਿਡਸਨ ਦਾ, ਉਹ ਭਾਰਤ ਨੂੰ ਛੱਡ ਕੇ ਜਾ ਚੁੱਕੀ ਹੈ। 2009 ਵਿੱਚ ਹਾਰਲੇ ਡੇਵਿਡਸਨ ਭਾਰਤ ਵਿੱਚ ਆਈ ਸੀ, 2020 ਵਿੱਚ ਉਹਨਾਂ ਨੇ ਅਨਾਉਂਸ ਕੀਤਾ ਸੀ ਕਿ ਅਸੀਂ ਭਾਰਤ ਨੂੰ ਛੱਡ ਕੇ ਚਲੇ ਜਾਵਾਂਗੇ। ਤਾਂ ਇੰਨੇ ਸਾਲ, ਆਲਮੋਸਟ 11 ਸਾਲ ਉਹ ਘਾਟਾ ਖਾਂਦੇ ਰਹੇ ਆ, ਪਰ ਉਹਨਾਂ ਨੇ ਭਾਰਤ ਦੇ ਅੰਦਰ ਇੰਡਸਟਰੀ ਵੀ ਰੱਖੀ ਹੈ, ਹਰਿਆਣੇ ਦੇ ਅੰਦਰ ਉਹਨਾਂ ਦੀ ਇੰਡਸਟਰੀ ਰਹੀ ਹੈ, ਠੀਕ ਹੈ, ਉਹਨਾਂ ਨੇ ਜਗ੍ਹਾ ਜਗ੍ਹਾ ਸ਼ੋਰੂਮ ਖੋਲ ਕੇ ਰੱਖੇ ਆ, ਸ਼ੋਰੂਮ ਦੇ ਅੰਦਰ ਵਰਕਰ ਰੱਖੇ, ਫੈਕਟਰੀ ਦੇ ਅੰਦਰ ਵਰਕਰ ਰੱਖੇ, ਠੀਕ ਹੈ, ਐਡਵਰਟਾਈਜ਼ਮੈਂਟ ਤੇ ਪੈਸਾ ਲਾਇਆ। ਇੰਨੇ ਸਾਲ ਘਾਟਾ ਖਾਣ ਤੋਂ ਬਾਅਦ ਜਦੋਂ ਉਹਨਾਂ ਨੂੰ ਲੱਗਿਆ ਕਿ ਨਹੀਂ ਵਿਕਣ ਵਾਲੀਆਂ ਸਾਡੀਆਂ ਬਾਈਕਸ ਭਾਰਤ ਦੇ ਅੰਦਰ, ਫਿਰ ਉਹ ਛੱਡ ਕੇ ਜਾ ਰਹੇ ਇਹਨੂੰ। ਪਰ ਗੱਲ ਉਹੀ ਹੈ ਕਿ ਇਦਾਂ ਦਾ ਜਿਹੜਾ ਇੱਥੇ, ਕਿਉਂਕਿ ਜਦੋਂ ਜਿਹੜੀ ਕੰਪਨੀ ਹੈ ਉਹ ਜਾਂ ਤਾਂ ਆਪਣੀ ਖੁਦ ਦੀ ਕੋਈ ਇੰਡਸਟਰੀ ਲਗਾਉਂਦੀ ਹੈ ਜਾਂ ਭਾਰਤ ਦੀ ਕਿਸੇ ਇੰਡਸਟਰੀ ਦੇ ਅੰਦਰ ਆਪਣਾ ਹਿੱਸਾ ਖਰੀਦ ਲੈਂਦੀ ਹੈ, ਤਾਂ ਫਿਰ ਉਹਦੀ ਮੈਨੇਜਮੈਂਟ 'ਚ ਉਹਦੀ ਦਖਲਅੰਦਾਜ਼ੀ ਸਭ ਕੁਝ ਹੋ ਸਕਦਾ ਹੈ, ਠੀਕ ਹੈ, ਇਦਾਂ ਨਿਵੇਸ਼ ਉਹ ਕਰ ਸਕਦੇ ਆ। ਦੂਜਾ ਹੁੰਦਾ ਸੰਸਥਾਨਕ ਨਿਵੇਸ਼। ਦੇਖੋ ਇਹ 'ਚ ਕੀ ਹੁੰਦਾ, ਇਹ 'ਚ ਭਾਰਤ ਸਟਾਕ ਮਾਰਕੀਟ ਵਿੱਚ ਪੈਸਾ ਲੱਗਦਾ, ਕਿਸੇ ਕੰਪਨੀ ਦਾ ਸਟਾਕ ਖਰੀਦ ਲਿਆ, ਜਿਹੜਾ ਕੋਈ ਬਾਹਰ ਬੰਦਾ ਬੈਠਾ ਹੈ ਉਹਨੇ ਭਾਰਤ ਦੀ ਸਟਾਕ ਮਾਰਕੀਟ 'ਚ ਪੈਸਾ ਲਗਾਇਆ ਤੇ ਜਿੱਦਣ ਕੱਢਣਾ ਚਾਹਵੇ ਕੱਢ ਕੇ ਲੈ ਜੇ, ਠੀਕ ਹੈ। ਤਾਂ ਇਹ ਪੈਸਾ ਕਹਿੰਦੇ ਥੋੜੇ ਸਮੇਂ ਲਈ, ਕਿਉਂਕਿ ਜਦ ਉਹਨੂੰ ਲੱਗਿਆ ਕਿ ਹਾਂ ਪ੍ਰੋਫਿਟ ਮੈਨੂੰ ਕਾਫੀ ਹੋ ਗਿਆ, ਉਹ ਕੱਢ ਕੇ ਲੈ ਜਾਊਗਾ, ਜਾਂ ਉਹਨੂੰ ਲੱਗਿਆ ਕਿ ਮੇਰਾ ਪੈਸਾ ਡੁੱਬ ਸਕਦਾ, ਉਦੋਂ ਕੱਢ ਕੇ ਲੈ ਗਿਆ। ਤਾਂ ਆਪਾਂ ਦੋਨੋਂ ਤਰੀਕੇ ਦਾ ਨਿਵੇਸ਼ ਵਧਾਉਣਾ ਸੀ। ਦੇਖੋ ਇਹਦੇ ਅੰਦਰ ਜੇ ਕਦੀ ਕੁਐਸਚਨ ਆ ਜਾਏ ਜ਼ਿਆਦਾ ਫਾਇਦੇਮੰਦ ਕੀ ਹੈ, ਉਹ ਸਿੱਧਾ ਨਿਵੇਸ਼ ਜ਼ਿਆਦਾ ਫਾਇਦੇਮੰਦ ਹੈ, ਕਿਉਂਕਿ ਇਹ ਬਹੁਤ ਲੰਬੇ ਸਮੇਂ ਤੱਕ ਦੇਸ਼ ਦੇ ਅੰਦਰ ਰਹਿੰਦਾ। ਤਾਂ ਜੇ ਤੁਹਾਡੀ ਆਰਥਿਕਤਾ 'ਚ ਕੋਈ ਮੁਸੀਬਤ ਵੀ ਆਉਂਦੀ ਹੈ, ਇਹਦੇ ਭਾਰਤ ਨੂੰ ਛੱਡ ਕੇ ਜਾਣ ਦੇ ਚਾਂਸਸ ਘੱਟ ਹੈ। ਪਰ ਜਿਵੇਂ ਹੀ ਭਾਰਤ ਦੀ ਆਰਥਿਕਤਾ 'ਚ ਕੋਈ ਵੀ ਪ੍ਰੋਬਲਮ ਆਈ, ਸਟਾਕ ਮਾਰਕੀਟ 'ਚੋਂ ਤਾਂ ਲੋਕੀ ਨਾਲ ਦੀ ਨਾਲ ਪੈਸਾ ਕੱਢ ਲੈਣਗੇ ਸਾਰਾ ਦਾ ਸਾਰਾ। ਪਰ ਭਾਰਤ ਦੀ ਸੱਚਾਈ ਕੀ ਹੈ ਕਿ ਭਾਰਤ ਵਿੱਚ ਜ਼ਿਆਦਾਤਰ ਜਿਹੜਾ ਪੈਸਾ ਹੈ ਉਹ ਸੰਸਥਾਨਕ ਨਿਵੇਸ਼ ਹੁੰਦਾ ਹੈ ਹਜੇ ਵੀ। ਤਾਂ ਆਪਾਂ ਕੋਸ਼ਿਸ਼ ਕਰ ਰਹੇ ਹਾਂ ਕਿ ਆਹ ਸਿੱਧਾ ਨਿਵੇਸ਼ ਵਧਾ ਸਕੀਏ, ਪਰ ਹਜੇ ਵੀ ਆਪਣਾ ਸੰਸਥਾਨਕ ਨਿਵੇਸ਼ ਜ਼ਿਆਦਾ ਹੈ। ਇਹ 2 ਫੈਕਟ ਯਾਦ ਰੱਖਿਓ, ਕਦੇ ਪੇਪਰ ਵਿੱਚ ਆ ਜਾਣ, ਠੀਕ ਹੈ। ਸਟਾਕ ਖਰੀਦਣ ਨਾਲ ਨਾ ਕੰਪਨੀ ਵਿੱਚ ਕੋਈ ਕਹਿਣ ਦਾ ਮੌਕਾ ਮਿਲਦਾ ਨਾ ਕੁਝ ਮਿਲਦਾ, ਬਸ ਇਹ ਪਿਓਰਲੀ ਇਸ ਚੀਜ਼ ਤੇ ਹੈ ਕਿ ਕਿਸ ਤਰੀਕੇ ਨਾਲ ਤੁਸੀਂ ਬਸ ਕੰਮ ਕਰ ਪਾਉਂਗੇ ਭਾਰਤ ਦੇ ਅੰਦਰ, ਭਾਰਤ ਦੇ ਅੰਦਰ ਬਸ ਸਟਾਕ ਮਾਰਕੀਟ ਪੈਸੇ ਲਗਾ ਸਕਦੇ ਹੋ, ਕੰਪਨੀ ਵਿੱਚ ਕੋਈ ਸਹੀ ਨਹੀਂ ਮਿਲਦਾ। ਸਿੱਧੇ ਨਿਵੇਸ਼, ਜੇ ਤੁਸੀਂ ਕੰਪਨੀ ਦਾ ਕੋਈ ਹਿੱਸਾ ਵੀ ਖਰੀਦਿਆ, ਉਹਨੂੰ ਕੰਪਨੀ 'ਚ ਉਨਾ ਸੇ ਮਿਲੂਗਾ, ਉਹਨਾਂ ਦੀ ਜਦੋਂ ਮੀਟਿੰਗ ਹੋਗੀ ਇਨਵੈਸਟਰਸ ਦੀ, ਉਹ 'ਚ ਉਹ ਆਪਣੀ ਗੱਲ
ਲੱਗੇ ਰੱਖ ਪਾਣਗੇ। ਹੁਣ ਅਗਲੀ ਚੀਜ਼ ਹੈ ਬੋਲਤੀਆਂ ਸੀ ਬਹੁਤ ਸਾਰੀਆਂ ਤਾਂ ਘਾਟਾ ਖਾ ਰਹੀਆਂ ਜਿਵੇਂ ਮੈਂ ਤੁਹਾਨੂੰ ਦੱਸਿਆ। ਤਾਂ ਹੁਣ ਇਸ ਚੀਜ਼ ਤੇ ਸੀ ਕਿ ਸਰਕਾਰ ਨੂੰ ਆਪਣਾ ਘਾਟਾ ਘਟਾਉਣਾ ਹੈ। ਤਾਂ ਜਿੰਨੀਆਂ ਵੀ ਕੰਪਨੀਆਂ ਘਾਟਾ ਖਾ ਰਹੀਆਂ ਇੱਕ ਤਾਂ ਉਹਨਾਂ ਨੂੰ ਵੇਚੋ। ਤਾਂ ਹੁਣ ਵੇਚਣ ਦੇ 3 ਤਰੀਕੇ ਹੁੰਦੇ ਆ। ਸਰਕਾਰ ਕੰਪਨੀ ਚੋਂ ਆਪਣਾ ਹਿੱਸਾ ਵੇਚ ਸਕਦੀ ਹੈ। ਹੁਣ ਹਿੱਸਾ 2 ਤਰੀਕੇ ਨਾਲ ਵੇਚਿਆ ਜਾ ਸਕਦਾ ਹੈ, ਜਾਂ ਤਾਂ 49% ਜਾਂ ਉਹ ਤੋਂ ਘੱਟ ਔਰ ਲੈਸ ਹਿੱਸਾ ਵੇਚ ਸਕਦੇ ਹੋ। ਜੇ ਸਰਕਾਰ ਨੇ 49% ਜਾਂ ਉਹ ਤੋਂ ਘੱਟ ਹਿੱਸਾ ਵੇਚਿਆ, ਯਾਨੀ ਕਿ ਸਰਕਾਰ ਕੋਲੇ ਦੇਖੋ ਜੇ 49% ਵੀ ਸਰਕਾਰ ਨੇ ਹਿੱਸਾ ਵੇਚਤਾ, ਸਰਕਾਰ ਕੋਲ 51% ਹਿੱਸਾ ਤਾਂ ਹੈਗਾ, ਯਾਨੀ ਕਿ ਸਰਕਾਰ ਕੋਲ ਮੈਜੋਰਿਟੀ ਹਿੱਸਾ। ਜਿਹਦੇ ਕੋਲੇ ਮੈਜੋਰਿਟੀ ਹੁੰਦੀ ਹੈ ਨਾ, ਕੰਪਨੀ ਨੂੰ ਚਲਾਉਣ ਦੀ ਜ਼ਿੰਮੇਵਾਰੀ ਉਹ ਹੁੰਦੀ ਹੈ। ਦੇਖੋ ਜਿੱਥੇ ਕੰਮ ਸਰਕਾਰ ਨੂੰ ਲੱਗਦਾ ਹੈ ਕਿ ਕੰਪਨੀ ਆਪਣੇ ਆਪ ਚ ਅਸੀਂ ਠੀਕ ਤਰੀਕੇ ਨਾਲ ਚਲਾ ਰਹੇ ਹਾਂ, ਸਾਨੂੰ ਸਿਰਫ ਕੁਝ ਪ੍ਰਾਈਵੇਟ ਇਨਵੈਸਟਰ ਚਾਹੀਦੇ ਜਿਹੜੇ ਇਸ ਕੰਪਨੀ 'ਚ ਪੈਸਾ ਲਗਾ ਦੇਣ, ਪੈਸਾ ਲਗਾਉਣ ਤੇ ਕੰਪਨੀ ਪ੍ਰੋਫਿਟ 'ਚ ਆ ਜਾਊਗੀ, ਤੇ ਆ ਜਿਹੜਾ ਇਨਵੈਸਟਰ ਹੈ ਉਹ ਘਰੇ ਬੈਠੇ ਬੈਠੇ ਬਸ ਉਦੋਂ ਬਾਅਦ ਪ੍ਰੋਫਿਟ ਦਾ ਹਿੱਸਾ ਖਾਵੇ, ਕੋਈ ਚੱਕਰ ਨਹੀਂ, ਕੰਪਨੀ ਅਸੀਂ ਖੁਦ ਚਲਾ ਲਾਂਗੇ। ਉੱਥੇ ਸਰਕਾਰ ਮਾਈਨੋਰਿਟੀ ਛੋਟਾ ਹਿੱਸਾ ਵੇਚਦੀ ਹੈ, ਠੀਕ ਹੈ, ਇਹਨੂੰ ਕਹਿੰਦੇ ਮਾਈਨੋਰਿਟੀ ਸ਼ੇਅਰ ਵੇਚਣਾ। ਜਦੋਂ ਮੈਜੋਰਿਟੀ ਸਰਕਾਰ ਖੁਦ ਰੱਖ ਲੇ, 51% ਮੈਜੋਰਿਟੀ ਹੋਈ ਨਾ, 50-50 ਬਰਾਬਰ ਹੋ ਜਾਂਦਾ ਹੈ, ਜਿਹਦੇ ਕੋਲ 51 ਹੋਊਗਾ ਉਹਦੇ ਕੋਲ ਮੈਜੋਰਿਟੀ ਹੋਊਗੀ। ਤਾਂ ਜਦੋਂ ਸਰਕਾਰ ਮੈਜੋਰਿਟੀ ਆਪਣੇ ਕੋਲ ਰੱਖਦੀ ਹੈ, ਉਹਨੂੰ ਕਹਿੰਦੇ ਕਿ ਮੈਜੋਰਿਟੀ ਸਟੇਕ ਸਰਕਾਰ ਕੋਲੇ ਆ, ਮਾਈਨੋਰਿਟੀ ਵੇਚਦੀ ਹੈ। ਜਦੋਂ 51% ਔਰ ਮੋਰ ਵੇਚਦੇ, ਇਹਦਾ ਮਤਲਬ ਹੈ ਸਰਕਾਰ ਇਹ ਕਹਿ ਰਹੀ ਹੈ ਕਿ ਦੇਖੋ ਸਾਡੇ ਤੋਂ ਕੰਪਨੀ ਸਹੀ ਤਰੀਕੇ ਨਾਲ ਨਹੀਂ ਚਲਾਈ ਜਾ ਰਹੀ, ਇਹਨੂੰ ਪ੍ਰਾਈਵੇਟ ਇੰਡਸਟਰੀ ਵਾਲੇ ਸ਼ਾਇਦ ਜ਼ਿਆਦਾ ਬੈਟਰ ਚਲਾ ਲੈਣ। ਫਿਰ ਸਰਕਾਰ ਬੈਕ ਸੀਟ ਤੇ ਬਹਿ ਜਾਂਦੀ ਹੈ ਕਿ ਅਸੀਂ ਜਿੰਨਾ ਸਾਡਾ ਹਿੱਸਾ ਹੈਗਾ ਉਹਦੇ ਮੁਤਾਬਿਕ ਅਸੀਂ ਪ੍ਰੋਫਿਟ ਚੋਂ ਹਿੱਸਾ ਲੈ ਲਾਂਗੇ, ਤੁਸੀਂ ਆਪਣੇ ਮੁਤਾਬਿਕ ਚਲਾਓ ਫੈਕਟਰੀ, ਅਸੀਂ ਫੈਕਟਰੀ ਦੀ ਮੈਨੇਜਮੈਂਟ ਹੀ ਤੁਹਾਨੂੰ ਦੇਤੀ। ਤਾਂ ਵਰਕਰ ਪ੍ਰੋਡਕਸ਼ਨ ਸਭ ਕੁਝ 20% ਹਿੱਸਾ ਰਹਿ ਗਿਆ, ਬਾਕੀ ਸਾਰਾ 80% ਪ੍ਰਾਈਵੇਟ ਨੂੰ ਵੇਚਤਾ ਸੀ। ਤਾਂ 20% ਜੋ ਵੀ ਪ੍ਰੋਫਿਟ ਦਾ ਹਿੱਸਾ ਹੋਊਗਾ ਉਹ ਸਰਕਾਰ ਨੂੰ 20% ਮਿਲ ਜੂਗਾ, ਸਰਕਾਰ ਬਸ ਵਿਹਲੀ ਬੈਠੇ ਪੈਸਾ ਕਮਾਵੇ। ਤੀਜਾ ਹੁੰਦਾ ਬਸ ਕੰਪਲੀਟ ਸੈਲ ਆਫ ਕਰ ਦੇਣਾ, ਆਪਣਾ 100% ਸਰਕਾਰ ਕੰਪਨੀ ਵੇਚ ਦਿੰਦੀ ਹੈ। ਜਿਵੇਂ 에ਅਰ ਇੰਡੀਆ ਟਾਟਾ ਨੂੰ ਵੇਚਤੀ, ਸਰਕਾਰ ਨੂੰ ਇੱਕ ਵਾਰੀ ਪੇਮੈਂਟ ਮਿਲਦੀ ਹੈ ਬਸ, ਉਸ ਤੋਂ ਬਾਅਦ ਉਹ ਸਾਰੀ ਦੀ ਸਾਰੀ ਜੋ ਕੰਪਨੀ ਹੈ ਉਹ ਪ੍ਰਾਈਵੇਟ ਕੋਲੇ ਗਈ, ਸਰਕਾਰ ਦਾ ਕੋਈ ਹਿੱਸਾ ਨਹੀਂ। ਇਹਦੇ ਇਲਾਵਾ ਸਰਕਾਰ ਨੇ ਆਪਣੀ ਜੋ ਪਿੱਛੇ ਬਚੀਆਂ ਹੋਈਆਂ ਕੰਪਨੀ ਸੀ ਜਿਹੜੀਆਂ ਪ੍ਰੋਫਿਟ ਕਮਾ ਰਹੀਆਂ ਸੀ, ਸਰਕਾਰ ਲਈ ਚੰਗਾ ਖਾਸਾ ਪ੍ਰੋਫਿਟ ਕਮਾ ਰਹੀਆਂ ਸੀ, ਸਰਕਾਰ ਨੇ ਉਹਨਾਂ ਨੂੰ ਵੀ 3 ਕੈਟਾਗਰੀਜ਼ ਵਿੱਚ ਵੰਡਣ ਦਾ ਫੈਸਲਾ ਕੀਤਾ। ਸੌਰੀ, ਹਜੇ ਥੋੜੀ ਖੰਘ ਹੈਗੀ ਹੈ, ਸੌਰੀ। ਤਾਂ ਜਿਹੜੀ ਆਹ ਪਿੱਛੇ ਜਿਹੜੀ ਸਰਕਾਰ ਦੀ ਕਾਫੀ ਪ੍ਰੋਫਿਟ ਕਮਾਉਣ ਵਾਲੀ ਜਿਵੇਂ ਇੰਡੀਅਨ ਆਇਲ ਹੋ ਗਈ, ਇਦਾਂ ਦੀਆਂ ਜਿਹੜੀਆਂ ਕੰਪਨੀਆਂ ਸੀਗੀਆਂ, ਇਹਨਾਂ ਨੂੰ ਨਾ ਸਰਕਾਰ ਨੇ, ਦੇਖੋ ਸਰਕਾਰ ਨੇ ਰਿਅਲਾਈਜ਼ ਕੀਤਾ ਕਿ ਗਲਤੀ ਕਿੱਥੇ ਹੋਈ ਹੈ। ਗਲਤੀ ਇੱਥੇ ਹੋਈ ਹੈ ਕਿ ਜਦੋਂ ਇਲੈਕਸ਼ਨ ਦਾ ਟਾਈਮ ਆਉਂਦਾ ਹੈ, ਆਪਾਂ ਇਹ ਕੰਪਨੀਆਂ ਨੂੰ ਫੋਰਸ ਕਰਦੇ ਹਾਂ ਕਿ ਹੋਰ ਜ਼ਿਆਦਾ ਲੋਕ ਹਾਇਰ ਕਰ ਲਓ, ਹੋਰ ਇਹ ਕਰ ਲਓ, ਆ ਇੱਥੇ ਇੱਕ ਨਵੀਂ ਆਫਿਸ ਖੋਲ ਦੋ, ਫੈਕਟਰੀ ਖੋਲ ਦੋ, ਇਸ ਕਾਰਨ ਇਹ ਘਾਟੇ ਖਾ ਜਾਂਦੀਆਂ। ਤਾਂ ਸਰਕਾਰ ਨੇ ਇਹ ਕਿਹਾ ਕਿ ਦੇਖੋ ਜਿੰਨਾ ਕੰਪਨੀ ਪ੍ਰੋਫਿਟ ਜ਼ਿਆਦਾ ਕਮਾਊਗੀ, ਸਰਕਾਰ ਨੇ ਉਹਨਾਂ ਲਈ ਇਨਸੈਂਟਿਵ ਰੱਖਤਾ ਕਿ ਜਿੰਨਾ ਤੁਸੀਂ ਜ਼ਿਆਦਾ ਪ੍ਰੋਫਿਟ ਕਮਾਓਗੇ ਸਰਕਾਰ ਦੀ ਦਖਲਅੰਦਾਜ਼ੀ ਉਨੀ ਘੱਟ ਹੋਊਗੀ, ਠੀਕ ਹੈ। ਸਭ ਤੋਂ ਜਿਹੜੀਆਂ ਜ਼ਿਆਦਾ ਪ੍ਰੋਫਿਟ ਕਮਾਉਣ ਵਾਲੀ ਕੰਪਨੀਆਂ ਉਹਨਾਂ ਨੂੰ ਆਪਾਂ ਕਹਿੰਦੇ ਹਾਂ ਮਹਾਰਤਨ, ਜਿਹੜੀ ਸਰਕਾਰ ਦੀ ਸਭ ਤੋਂ ਜ਼ਿਆਦਾ ਪ੍ਰੋਫਿਟ ਕਮਾਉਣ ਵਾਲੀਆਂ। ਉਦੋਂ ਘੱਟ ਕਮਾਉਣ ਵਾਲੀਆਂ ਨਵਰਤਨ, ਉਦੋਂ ਘੱਟ ਵਾਲੀਆਂ ਮਿੰਨੀ ਰਤਨ। ਤਾਂ ਸਟੇਟਸ ਹੈ, ਇੱਥੋਂ ਸ਼ੁਰੂ ਹੁੰਦੇ ਆ। ਜਿਹੜੀ ਕੰਪਨੀ ਹਰ ਸਾਲ 30 ਕਰੋੜ ਦਾ ਤੁਹਾਡਾ ਨੈਟ ਪ੍ਰੋਫਿਟ ਕਮਾ ਲੈਂਦੀ ਹੈ, ਉਹ ਮਿੰਨੀ ਰਤਨ ਦਾ 3 ਸਾਲ 30 ਕਰੋੜ ਦਾ ਘੱਟੋ ਘੱਟ ਪ੍ਰੋਫਿਟ ਕਮਾ ਰਹੀ ਹੈ, ਉਹਨੂੰ ਮਿੰਨੀ ਰਤਨ ਦਾ ਸਟੇਟਸ ਦਿੱਤਾ ਜਾ ਸਕਦਾ। ਇਹ ਸਟੇਟਸ ਨਾਲ ਹੁੰਦਾ ਕੀ ਹੈ, ਸਰਕਾਰ ਫਿਰ ਇਹਨਾਂ ਦੇ ਰੋਜ਼ ਦੇ ਮਾਮਲਿਆਂ ਵਿੱਚ ਦਖਲਅੰਦਾਜ਼ੀ ਨਹੀਂ ਕਰਦੀ। ਇਹਨਾਂ ਨੂੰ ਸਰਕਾਰ ਨੂੰ ਹਰ ਚੀਜ਼ ਦੱਸਣੀ ਜ਼ਰੂਰੀ ਨਹੀਂ, ਇਹਨਾਂ ਦੇ ਅੰਦਰ ਕੀ ਚੱਲ ਰਿਹਾ, ਠੀਕ ਹੈ। ਟਾਈਮ ਟੂ ਟਾਈਮ ਰਿਪੋਰਟ ਦੇਣ ਦੀ ਲੋੜ ਨਹੀਂ ਹੈ, ਬਸ ਫਿਕਸ ਸਾਲ ਦੇ ਐਂਡ ਤੇ ਬਸ ਇੱਕ ਰਿਪੋਰਟ ਪੇਸ਼ ਕਰ ਦਿਓ। ਤੇ ਇਦਾਂ ਦੀਆਂ ਜਿਹੜੀਆਂ ਚੀਜ਼ਾਂ ਸਰਕਾਰ ਇਹਨਾਂ ਨੂੰ ਉਨੀ ਆਜ਼ਾਦੀ ਦਿੰਦੀ ਹੈ ਕਿ ਤੁਸੀਂ ਇਦਾਂ ਹੀ ਕੰਮ ਕਰੋ ਜਿਵੇਂ ਕੋਈ ਪ੍ਰਾਈਵੇਟ ਇੰਡਸਟਰੀ ਹੋਵੇ। ਹੈਗੀਆਂ ਸਰਕਾਰ ਦੀਆਂ, ਪਰ ਇਹ ਆਪਣੀ ਖੁਦ ਦੀ ਡਿਸੀਜਨ ਮੇਕਿੰਗ ਕਰਨਗੀਆਂ ਤਾਂ ਪ੍ਰਾਈਵੇਟ ਵਾਂਗੂ ਕੰਮ ਕਰਨਗੀਆਂ, ਠੀਕ ਹੈ। ਤਾਂ ਉਸ ਤੋਂ ਬਾਅਦ ਨਵਰਤਨ, ਸਰਕਾਰ ਨੇ ਇੱਕ ਪੂਰਾ ਕ੍ਰਾਈਟੀਰੀਆ ਰੱਖਿਆ, 100 ਵਿੱਚੋਂ ਜਿਹੜੀ ਕੰਪਨੀ ਨੂੰ 60 ਨੰਬਰ ਮਿਲ ਜਾਂਦੇ ਆ ਉਹਨੂੰ ਆਪਾਂ ਨਵਰਤਨ ਦਾ ਸਟੇਟਸ ਦੇ ਦਿੰਦੇ ਆ। ਮਹਾਰਤਨ ਇਦਾਂ ਦੀਆਂ ਕੰਪਨੀਆਂ ਜਿਹੜੀਆਂ 2500 ਕਰੋੜ ਦਾ ਪ੍ਰੋਫਿਟ ਪਿਛਲੇ 3 ਸਾਲ ਤੋਂ ਕਰ ਰਹੀਆਂ, ਉਹਨਾਂ ਦੀ ਮਾਰਕੀਟ ਪਿਛਲੇ ਵੈਲਿਊ ਪਿਛਲੇ 3 ਸਾਲ ਤੋਂ 10,000 ਕਰੋੜ ਦੀ ਹੈ, ਜਾਂ 3 ਸਾਲ ਲਈ ਉਹਨਾਂ ਦਾ 20,000 ਕਰੋੜ ਦਾ औसत सालाना टर्नओवर है,
ਠੀਕ ਹੈ, ਯਾਨੀ ਕਿ ਹਰ ਸਾਲ ਇਹ 20,000 ਕਰੋੜ ਦੇ ਕਰੀਬ ਦਾ ਬਿਜ਼ਨਸ ਕਰ ਰਹੀਆਂ ਪਿਛਲੇ 3 ਸਾਲ ਤੋਂ। ਉਹ ਇਨ ਤਿੰਨਾਂ ਵਿੱਚੋਂ ਕੋਈ ਵੀ ਇੱਕ ਕ੍ਰਾਈਟੇਰੀਆ ਪੂਰਾ ਕਰਨਗੇ, ਉਹ ਮਹਾਰਤਨ ਬਣ ਜਾਂਦੀ ਹੈ, ਸਭ ਤੋਂ ਵੱਡੀਆਂ ਕੰਪਨੀਆਂ। ਠੀਕ ਹੈ, ਜਿਵੇਂ ਗੇਲ ਹੋ ਗਈ ਤੇ ਤੁਹਾਡੀ ਇੰਡੀਅਨ ਆਇਲ ਹੋ ਗਈ, ਇੱਦਾਂ ਦੀਆਂ। ਤੇ ਇਹਦੇ ਨਾਲ ਮੈਂ ਹੁਣ ਤੁਹਾਨੂੰ ਇੱਕ ਕੰਮ ਵੀ ਦੇਣ ਲੱਗਿਆ, ਮਹਾਰਤਨ ਤੇ ਨਵਰਤਨ, ਇਹ ਦੋਨਾਂ ਨੂੰ ਤੁਸੀਂ ਗੂਗਲ ਤੇ ਸਰਚ ਕਰਨਾ ਹੈ, ਤੇ ਜਿੰਨੀਆਂ ਵੀ ਸਰਕਾਰੀ ਕੰਪਨੀ ਹੈ, ਮਹਾਰਤਨ ਜਿੰਨੀਆਂ ਹੈਗੀਆਂ ਤੇ ਜਿੰਨੀਆਂ ਨਵਰਤਨ ਹੈ, ਇਹਨਾਂ ਦੀ ਲਿਸਟ ਲਿਖਣੀ ਹੈ, ਤੇ ਉਹ ਸਾਰੀ ਕੰਪਨੀਆਂ ਨੂੰ ਯਾਦ ਕਰਨਾ ਹੈ ਅੱਜ ਦੇ ਅੱਜ, ਨਾਲ ਦੀ ਨਾਲ ਇਹ ਨੋਟਸ ਦੇ ਕੰਮ ਕਰਕੇ ਰੱਖਣਾ ਤੁਸੀਂ, ਮਹਾਰਤਨ ਤੇ ਨਵਰਤਨ। ਥੋੜਾ ਥੋੜਾ ਤੁਹਾਨੂੰ ਵਿੱਚ ਮੈਂ ਕੰਮ ਤੇ ਹੋਮਵਰਕ ਦਿਆ ਕਰੂੰਗਾ, ਤਾਂ ਕਿ ਤੁਸੀਂ ਵੀ ਨਾਲ ਨਾਲ ਮਿਹਨਤ ਕਰੋ। ਮਹਾਰਤਨ ਤੇ ਨਵਰਤਨ, ਇਹ ਦੋਨੋਂ। ਮਿੰਨੀ ਰਤਨ ਦੀ ਲਿਸਟ ਬਣਾਉਣ ਦੀ ਲੋੜ ਨਹੀਂ, ਬਹੁਤ ਸਾਰੀ ਕੰਪਨੀਆਂ, ਇਹਨਾਂ ਨੂੰ ਯਾਦ ਕਰਨਾ ਜ਼ਰੂਰੀ ਨਹੀਂ ਹੈ। ਮਹਾਰਤਨ ਤੇ ਨਵਰਤਨ ਕਿਹੜੀ ਕਿਹੜੀ ਇੰਡਸਟਰੀ ਹੈ, ਇਹਨਾਂ ਨੂੰ ਯਾਦ ਰੱਖਣਾ, ਤੇ ਇਹਨਾਂ ਦੇ ਕ੍ਰਾਈਟੇਰੀਆ ਤਾਂ ਯਾਦ ਰੱਖਣੇ ਹੀ ਰੱਖਣੇ ਆ। ਠੀਕ ਹੈ, ਲਾਸਟ ਚੀਜ਼ ਹੈਗੀ ਹੈ ਵਿਸ਼ਵੀਕਰਨ। ਦੇਖੋ ਵਿਸ਼ਵੀਕਰਨ ਵਿੱਚ ਕੀ ਸੀ ਕਿ ਆਪਾਂ ਇਹ ਕਿਹਾ ਕਿ ਆਪਾਂ ਹਰ ਚੀਜ਼ ਵਿੱਚ ਆਤਮ ਨਿਰਭਰ ਬਣਨ ਦੀ ਕੋਸ਼ਿਸ਼ ਨਾ ਕਰੀਏ। ਆਪਾਂ ਇਹ ਨਾ ਸੋਚੀਏ ਕਿ ਰॉ ਮਟੀਰੀਅਲ ਵੀ ਆਪਾਂ ਬਣਾਵਾਂਗੇ, ਮਿਡਲ ਦੀਆਂ ਚੀਜ਼ਾਂ ਵੀ ਆਪਾਂ ਬਣਾਵਾਂਗੇ, ਫਾਈਨਲ ਪ੍ਰੋਡਕਟ ਬਣਾ ਕੇ ਦੁਨੀਆ ਭਰ ਵਿੱਚ ਵੀ ਆਪਾਂ ਹੀ ਵੇਚ ਲਾਂਗੇ, ਤੇ ਆਪਾਂ ਹੀ ਉਹਦੇ ਕਸਟਮਰ ਕੇਅਰ ਦੇਖਾਂਗੇ। ਬਲਕਿ ਦੁਨੀਆ ਵਿੱਚ ਇੱਕ ਜੋ ਸਪਲਾਈ ਚੇਨ ਬਣਿਆ ਹੋਇਆ, ਭਾਰਤ ਇਸ ਸਪਲਾਈ ਚੇਨ ਦਾ ਹਿੱਸਾ ਬਣੇ। ਜਿਵੇਂ ਆਪਾਂ ਇੱਕ ਮੋਬਾਈਲ ਫੋਨ ਲਗਾ ਲੈਂਦੇ ਹਾਂ, ਦੇਖੋ ਇੱਕ ਮੋਬਾਈਲ ਫੋਨ ਇੱਕ ਸਿੰਗਲ ਕੰਟਰੀ ਵਿੱਚ ਤਿਆਰ ਨਹੀਂ ਹੁੰਦਾ, ਇਹਦਾ ਡਿਜ਼ਾਈਨ ਸ਼ਾਇਦ ਇੱਕ ਕੰਟਰੀ ਤੋਂ ਆਊਗਾ, ਉਸ ਤੋਂ ਬਾਅਦ ਮਤਲਬ ਰॉ ਮਟੀਰੀਅਲ ਦੀ ਜਗ੍ਹਾ ਡਿਜ਼ਾਈਨ ਇੱਕ ਕੰਟਰੀ ਤੋਂ ਆ ਗਿਆ, ਉਸ ਤੋਂ ਬਾਅਦ ਜਿਹੜੇ ਇਹਦੇ ਸਪਲਾਇਰ ਆ ਕਿ ਬੈਟਰੀ ਕਿਤੋਂ ਦੀ ਆਈ, ਸਕਰੀਨ ਕਿਤੋਂ ਦੀ ਆਈ, ਠੀਕ ਹੈ, ਚਿਪ ਅੰਦਰੋਂ ਦੀ ਕਿਤੋਂ ਦੀ ਆਈ, ਚਾਰਜਿੰਗ ਪੋਰਟ ਕਿਤੋਂ ਦੀ ਆਇਆ, ਅੱਡ-ਅੱਡ ਚੀਜ਼ਾਂ, ਇਹਦਾ ਪਿੱਛੇ ਕਵਰ ਕਿਤੋਂ ਹੋਰ ਆਇਆ, ਅੱਡ-ਅੱਡ ਦੇਸ਼ਾਂ ਤੋਂ ਅੱਡ-ਅੱਡ ਚੀਜ਼ਾਂ ਬਣ ਕੇ ਇੱਕ ਦੇਸ਼ ਵਿੱਚ ਇਕੱਠੀਆਂ ਹੋ ਰਹੀਆਂ, ਜਿੱਥੇ ਫੈਕਟਰੀ ਹੋਊਗੀ, ਜਿੱਥੇ ਸਭ ਕੁਝ ਅਸੈਂਬਲ ਕਰ ਦਿੱਤਾ ਜਾਊਗਾ, ਜੋੜ ਦਿੱਤਾ ਜਾਊਗਾ। ਹੁਣ ਜਦੋਂ ਇਹ ਸਭ ਕੁਝ ਜੋੜ ਦਿੱਤਾ ਗਿਆ, ਉਸ ਤੋਂ ਬਾਅਦ ਸਾਰੇ ਦੁਨੀਆ ਵਿੱਚ ਡਿਸਟ੍ਰੀਬਿਊਸ਼ਨ ਵੰਡ ਦਾਂਗੇ। ਇਹਦੇ ਵਿੱਚ ਦੁਨੀਆ ਦੇ ਭਰ ਦੇ ਜਿਹੜੇ ਪੋਰਟ ਹੈਗੇ ਆ, ਉਹ ਸਾਰੇ ਯੂਜ਼ ਹੋਣ, ਤਾਂ ਭਾਰਤ ਵੀ ਚੰਗੇ ਪੋਰਟ ਬਣਾਵੇ, ਜਿੱਥੇ ਆ ਕੇ ਸ਼ਿਪਸ ਰੁਕਣ, ਰੀਫਿਲ ਹੋਣ, ਸਭ ਕੁਝ ਹੋਵੇ। ਠੀਕ ਹੈ, ਤੇ ਫਾਈਨਲੀ ਜਦੋਂ ਸਮਾਨ ਵਿਕੂਗਾ ਤਾਂ ਕਸਟਮਰ ਕੇਅਰ ਨੂੰ ਆਪਾਂ ਕਈ ਵਾਰੀ ਕਾਲ ਕਰਦੇ ਹਾਂ, ਤੁਸੀਂ ਕਈ ਡਿਵਾਈਸਿਸ ਦੇ ਪਿੱਛੇ ਕਸਟਮਰ ਕੇਅਰ ਦਾ ਨੰਬਰ ਦੇਖਿਆ ਹੋਊਗਾ, 1800 ਸਮਥਿੰਗ ਸ਼ੁਰੂ ਹੁੰਦਾ। ਇਹ ਜਿਹੜੇ ਨੰਬਰ ਹੈ, ਇਹ ਇੱਥੇ ਭਾਰਤ ਨੇ ਦੁਨੀਆ ਦਾ ਵਿਸ਼ਵੀਕਰਨ ਵਿੱਚ ਹਿੱਸਾ ਲਿਆ। ਦੇਖੋ ਆਪਣੇ ਵਿੱਚ 1991 ਭਾਰਤ ਦੀ ਗੱਲ ਕਰਾਂ, ਆਪਣੇ ਕੋਲੇ ਕੁਝ ਵੱਡੀ ਚੀਜ਼ ਨਹੀਂ ਸੀ, ਕਿਉਂਕਿ ਆਪਣਾ ਭਾਰਤ ਵਿੱਚ ਨਾ ਆਪਣਾ ਐਗਰੀਕਲਚਰ ਚੰਗਾ ਸੀ, ਤਾਂ ਰॉ ਮਟੀਰੀਅਲ ਵੀ ਨਹੀਂ ਬਣਾ ਸਕਦੇ ਸੀ ਕੋਈ, ਨਾ ਆਪਣੇ ਕੋਲ ਇੰਨੀਆਂ ਫੈਕਟਰੀਆਂ ਸੀਗੀਆਂ, ਤਾਂ ਆਪਾਂ ਫੈਕਟਰੀਆਂ 'ਚ ਵੀ ਨਹੀਂ ਅੱਗੇ ਸੀ। ਆਪਣੇ ਕੋਲ ਇੱਕ ਚੀਜ਼ ਬਹੁਤ ਜ਼ਿਆਦਾ ਸੀ 1991 'ਚ, ਉਹ ਸੀਗੀ ਆਪਣੀ ਆਬਾਦੀ, ਜਿਹੜੀ ਅੰਗਰੇਜ਼ੀ ਬੋਲ ਸਕਦੀ ਆ। ਆਪਾਂ ਕੀ ਕੀਤਾ, ਆਪਾਂ ਇੱਥੇ ਆਪਣੇ ਕਾਲ ਸੈਂਟਰ ਖੋਲਣੇ ਸ਼ੁਰੂ ਕੀਤੇ। ਠੀਕ ਹੈ, ਦੁਨੀਆ ਭਰ ਦੇ ਆਪਾਂ ਬੈਕ ਐਂਡ ਆਫਿਸ ਦੇ ਆਫਿਸ ਕੰਪਿਊਟਰ ਚਲਾਣੇ ਸਿਖਾਤੇ, ਕੰਪਿਊਟਰ ਦੇ ਅੰਦਰ ਸਾਰੀ ਡੇਟਾ ਐਂਟਰੀਆਂ ਕਰਨੀਆਂ, ਉਹ ਸਭ ਕੁਝ ਆਪਾਂ ਭਾਰਤ ਵਿੱਚ ਖੋਲਿਆ। ਇੱਥੋਂ ਆਪਣੀ ਆਈਟੀ ਇੰਡਸਟਰੀ ਸ਼ੁਰੂ ਹੋਈ ਹੈ, ਤੇ ਆਪਣੀ ਆਈਟੀ ਇੰਡਸਟਰੀ ਫਿਰ ਹੌਲੀ ਹੌਲੀ ਅੱਜ ਆਪਣੇ ਇਸ ਸਟੇਜ ਤੇ ਪਹੁੰਚ ਗਈ ਕਿ ਆਪਾਂ ਦੁਨੀਆ ਭਰ ਲਈ ਆਪਾਂ ਚੀਜ਼ਾਂ ਹੁਣ ਬਣਾਉਣੇ ਵੀ ਆ। ਪਰ ਸ਼ੁਰੂਆਤ ਆਪਾਂ ਸਭ ਤੋਂ ਪਹਿਲਾਂ ਇੱਥੋਂ ਕੀਤੀ ਵਿਸ਼ਵੀਕਰਨ ਵਿੱਚ, ਕਿ ਆਪਾਂ ਸਪਲਾਈ ਚੇਨ 'ਚ ਇੱਥੇ ਹਿੱਸਾ ਬਣੇ ਕਿ ਆਪਾਂ ਕਾਲ ਸੈਂਟਰ ਭਾਰਤ ਵਿੱਚ ਖੋਲੇ, ਤਾਂ ਕਿ ਆਪਣੇ ਭਾਰਤ ਦੇ ਅੰਦਰ ਲੋਕਾਂ ਨੂੰ ਨੌਕਰੀਆਂ ਮਿਲਣੀਆਂ ਸ਼ੁਰੂ ਹੋਣ। ਠੀਕ ਹੈ, ਇਹ ਸੀਗਾ ਇਹ ਵਾਲਾ ਲੈਕਚਰ। ਮਿਲਦੇ ਹਾਂ ਤੁਹਾਨੂੰ ਅਗਲੇ ਲੈਕਚਰ, ਜਿੱਥੇ ਆਪਾਂ ਹੁਣ ਹੌਲੀ ਹੌਲੀ ਥੋੜੀ ਥੋੜੀ ਇੰਡਸਟਰੀਜ਼ ਪੜ੍ਹਨਾ ਸ਼ੁਰੂ ਕਰਾਂਗੇ। ਥੈਂਕ ਯੂ ਐਂਡ ਸੀ ਯੂ।